ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਦੇ ਪਏ ਹੋ ਜੀ ਬ੍ਰਿਟਿਸ਼ ਪੰਜਾਬੀ ਟੀਵੀ ਤੇ ਮੈਂ ਤੁਹਾਡਾ ਬਲਜਿੰਦਰ ਸਿੰਘ। ਬਿਲਕੁਲ ਜੀ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਸਿੱਧੀ ਗੱਲਬਾਤ। ਅੱਜ ਸਿੱਧੀ ਗੱਲਬਾਤ ਦੇ ਵਿੱਚ ਤੁਹਾਡਾ ਰੂਬਰੂ ਕਰਵਾਵਾਂਗੇ ਜੀ ਸਿੱਖ ਪੰਥ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ। ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਕਿ ਸਮੇਂ-ਸਮੇਂ ਤੇ ਹਮੇਸ਼ਾ ਹੀ ਅਸੀਂ ਖਾਸ ਤੌਰ ਤੇ ਜੇ ਗੱਲ ਕਰੀਏ ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ ਉੱਤੇ ਆਮ ਹੀ ਸਾਨੂੰ ਇੱਕ ਵਿਚਾਰਾਂ ਦੀ ਤਕਰਾਰ ਦੇਖਣ ਨੂੰ ਤੇ ਸੁਣਨ ਨੂੰ ਮਿਲਦੀ ਹੈ ਕਿ ਹਮੇਸ਼ਾ ਇਹ ਗੱਲਾਂ ਹੁੰਦੀਆਂ ਨੇ ਕਿ ਭਾਈ ਸਾਹਿਬ ਹੋਰਾਂ ਨੇ ਆਪਣੇ ਦੀਵਾਨ ਦੇ ਵਿੱਚ ਅਜਿਹੇ ਸ਼ਬਦ ਵਰਤੇ ਜਾਂ ਅਜਿਹੇ ਉਦਾਹਰਨਾਂ ਦਿੱਤੀਆਂ ਵੀ ਕਿਤੇ ਨਾ ਕਿਤੇ ਉਹਦੇ ਉੱਤੇ ਕਿਹਾ ਜਾਂਦਾ ਹੈ ਕਿ ਜੀ ਵਿਵਾਦ ਖੜਾ ਹੋ ਗਿਆ, ਜਾਂ ਕਿਹਾ ਜਾਂਦਾ ਜੀ ਕਿ ਇਹਦੇ ਨਾਲ ਕਿਤੇ ਨਾ ਕਿਤੇ ਤਕਰਾਰ ਪੈਦਾ ਹੁੰਦਾ ਹੈ। ਆਓ ਅੱਜ ਇਸੇ ਹੀ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਹੋਰਾਂ ਦੇ ਨਾਲ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਤੇ ਮੈਂ ਦੱਸਦਾ ਜਾਵਾਂ ਕਿ ਜੀ UK ਦੇ ਵਿੱਚੋਂ ਬ੍ਰਿਟਿਸ਼ ਪੰਜਾਬੀ ਟੀਵੀ ਦੇ ਉੱਤੇ ਸਾਡੀ ਛੋਟੀ ਜਿਹੀ ਬੇਨਤੀ ਕਬੂਲ ਕੀਤੀ ਤੇ ਅੱਜ ਭਾਈ ਸਾਹਿਬ ਹੋਰਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਪੰਜਾਬ ਦੀ ਧਰਤੀ ਤੋਂ ਸਾਡੇ ਨਾਲ ਜੁੜੇ ਨੇ ਤੇ ਆਓ ਉਹਨਾਂ ਨਾਲ ਫਤਿਹ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜਿੰਦਰ ਸਿੰਘ ਨਾਮ ਹੈ ਤੁਹਾਡਾ? ਹਾਂਜੀ, ਬਲਜਿੰਦਰ ਸਿੰਘ। ਮੈਂ ਇੱਥੇ ਤੁਹਾਡੇ ਇੱਥੇ 2 ਚੈਨਲ ਵੱਡੇ ਚੱਲਦੇ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਮੇਰੀ ਇੰਟਰਵਿਊ ਲੈ ਕੇ ਵੀ ਗਏ ਸੀ। ਅੱਛਾ ਜੀ। ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇੰਟਰਵਿਊ ਮੇਰੀ ਤਾਂ ਲਿਓ ਘੰਟੇ ਦੀ ਜੇ ਤੁਸੀਂ ਚਲਾਉਣੀ ਹੈ। ਤੇ ਇੰਟਰਵਿਊ ਉਹਨਾਂ ਨੇ ਕੀਤੀ ਜ਼ਰੂਰ, ਮੇਰੇ ਕੋਲ ਪੂਰਾ ਘੰਟਾ ਟਾਈਮ ਲਿਆ, ਪਰ ਉਹ ਚਲਾਈ ਨਹੀਂ ਗਈ। ਪਿੱਛੇ ਜਦੋਂ ਵੀ ਮਸਲਾ ਹੋਇਆ ਇੰਟਰਵਿਊ ਹੋਈ ਹੈ ਪਰ ਉੱਥੇ ਚਲਾਈ ਨਹੀਂ ਗਈ। ਉਹ ਫਿਰ ਬਾਅਦ 'ਚ ਸਾਨੂੰ ਪਤਾ ਲੱਗਿਆ, ਕਹਿੰਦੇ ਸਾਨੂੰ ਦੂਜੀ ਧਿਰ ਵੱਲੋਂ ਧਮਕੀ ਆਈ ਹੈ ਵੀ ਜੇ ਤੁਸੀਂ ਚੈਨਲ 'ਤੇ ਇਹ ਚਲਾਓਗੇ ਤਾਂ ਤੁਹਾਡੇ ਚੈਨਲ ਨੂੰ ਆ ਕੇ ਤੋੜ ਦਿਆਂਗੇ, ਇੱਥੇ ਆ ਜਾਵਾਂਗੇ, ਪਹੁੰਚ ਜਾਵਾਂਗੇ ਜੇ ਤੁਸੀਂ ਇਹਨਾਂ ਦੀ ਇੰਟਰਵਿਊ ਚਲਾਈ। ਤੁਸੀਂ ਕੋਈ ਇੰਟਰਵਿਊ ਦੇ ਵਿੱਚ ਕਿਸੇ ਦੇ ਖਿਲਾਫ ਗੱਲਬਾਤ ਕੀਤੀ ਸੀ? ਕੁਛ ਨਹੀਂ, ਆਪਣਾ ਉਹਨਾਂ ਨੂੰ ਕਿਹੜਾ ਪਤਾ ਲੱਗ ਗਿਆ ਜੀ ਮੈਂ ਇੰਟਰਵਿਊ ਦੇ ਖਿਲਾਫ ਕੋਈ ਗੱਲਬਾਤ ਕੀਤੀ ਹੈ? ਮੈਂ ਤਾਂ ਇੰਟਰਵਿਊ ਤੇ ਚੱਲੀ ਹੋਈ ਨਹੀਂ ਨਾ। ਉਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਉਹਨਾਂ ਦਾ ਪੱਖ ਵੀ 1 ਘੰਟੇ ਵਾਸਤੇ ਚੈਨਲ ਤੇ ਆਉਣਾ ਹੈ। ਜੇ ਮੈਂ ਖਿਲਾਫ ਬੋਲਿਆ ਤਾਂ ਫਿਰ ਤਾਂ ਉਹਨਾਂ ਨੂੰ ਪਤਾ ਲੱਗਦਾ, ਇੰਟਰਵਿਊ ਕਿਹੜਾ ਸੁਣੀ ਸੀ ਉਹਨਾਂ ਨੇ। ਪਰ ਭਾਈ ਸਾਹਿਬ ਜੀ, ਫਿਲਹਾਲ ਤਾਂ ਮੈਨੂੰ ਲੱਗਦਾ ਕਿ ਜੀ ਅਸੀਂ ਅੱਜ ਸਾਰੇ ਹੀ ਇਸ ਗੱਲ ਨੂੰ ਕਲੇਮ ਕਰਦੇ ਹਾਂ ਕਿ ਜੀ ਸਿੱਖਾਂ ਦੇ ਕੋਲ ਜਿੰਨੇ ਵੀ ਮੀਡੀਆ ਨੇ ਸਾਰੇ ਸਤਿਕਾਰਯੋਗ ਨੇ, ਸਾਰਿਆਂ ਦੇ ਵਿੱਚ ਹਰ ਇੱਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ, ਹਰ ਇੱਕ ਨੂੰ ਪੱਖ ਰੱਖਣ ਦਾ ਵੀ ਅਧਿਕਾਰ ਹੈ ਤੇ ਪੱਖ ਸੁਣਨੇ ਵੀ ਚਾਹੀਦੇ ਨੇ। ਤਾਂ ਹੀ ਜੇ ਅਸੀਂ ਹਮੇਸ਼ਾ ਗੱਲ ਕਰਦੇ ਵਿਚਾਰ, ਅੱਜ ਵੀ ਤੁਹਾਡਾ ਵਿਚਾਰ ਹੀ ਕਰਨ ਲੱਗੇ ਹਾਂ ਬ੍ਰਿਟਿਸ਼ ਪੰਜਾਬੀ ਟੀਵੀ ਦੇ ਉੱਤੇ। ਨਾਲੇ ਗੱਲ ਵੀਰ ਜੀ, ਫਰੀਡਮ ਆਫ ਜੇ ਸਪੀਚ ਦੀ ਹੈ, ਮੀਡੀਆ ਦੀ ਆਜ਼ਾਦੀ ਦੀ ਹੈ, ਫਰੀਡਮ ਆਫ ਬਲੀਵ ਦੀ ਹੈ, ਫਿਰ ਸਾਨੂੰ ਇਹ ਵੀ ਸਮਝਣਾ ਪੈਣਾ ਹੈ ਵੀ ਜੇ ਇੱਕ ਚੈਨਲ ਇੰਡੀਆ ਦੇ ਵਿੱਚ ਬੈਨ ਹੋ ਜਾਂਦਾ ਹੈ ਉਹਦਾ ਸਾਰਿਆਂ ਨੂੰ ਦੁੱਖ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ, ਠੀਕ ਹੈ। ਪਰ ਜਦੋਂ ਦੂਜੇ ਪਾਸੇ ਅਸੀਂ ਕਿਸੇ ਦੇ ਪ੍ਰੋਗਰਾਮ ਰੋਕਣ ਵਾਸਤੇ ਜਾਂਦੇ ਹਾਂ ਔਰ ਉਹਨੂੰ ਹੱਲਾਸ਼ੇਰੀ ਦਿੰਦੇ ਹਾਂ, ਸ਼ਾਬਾਸ਼ੇ ਦਿੰਦੇ ਹਾਂ, ਬਾਹਰਲੇ ਦੇਸ਼ਾਂ ਵਿੱਚ ਬੈਠ ਕੇ ਉਹਦੀ ਸਪੋਰਟ ਕੀਤੀ ਜਾਂਦੀ ਹੈ, ਇਹਨੂੰ ਬੈਨ ਕਰਨਾ ਚਾਹੀਦਾ, ਬੰਦ ਕਰਨਾ ਚਾਹੀਦਾ, ਉਸ ਵੇਲੇ ਆਜ਼ਾਦੀ ਕਿੱਥੇ ਜਾਂਦੀ ਹੈ? ਬਿਲਕੁਲ ਜੀ। ਮਤਲਬ ਇਹ ਹੈ ਜਿਹੜੀ ਆਜ਼ਾਦੀ ਦੀ ਗੱਲ ਅਸੀਂ ਕਰਦੇ ਹਾਂ ਉਹ ਆਜ਼ਾਦੀ ਸਾਰਿਆਂ ਦੀ ਹੋਣੀ ਚਾਹੀਦੀ ਹੈ। ਇਹ ਨਹੀਂ ਹੁੰਦਾ ਕਿ ਕੁਛ ਬੰਦਿਆਂ ਦੀ ਆਜ਼ਾਦੀ ਦੀ ਹੋਵੇ ਵੀ ਸਾਨੂੰ ਆਜ਼ਾਦੀ ਨਹੀਂ, ਤੇ ਦੂਜੇ ਬੰਦੇ ਨੂੰ ਅਸੀਂ ਜੇ ਅਗਲਾ ਲੱਖ ਬੰਦਾ ਸੁਣਨਾ ਚਾਹੁੰਦਾ ਹੋਵੇ ਤੇ ਉਹਨੂੰ ਕਿਹਾ ਜਾਵੇ ਵੀ ਇਹਨੂੰ ਅਸੀਂ ਬੋਲਣ ਨਹੀਂ ਦਿੱਤਾ ਜਾਏਗਾ। ਜਿਹੜੇ ਬੰਦੇ ਦੇ ਦੀਵਾਨ ਰੋਕਣ ਵਾਸਤੇ ਜਾਣਗੇ ਉਹ ਸੂਰਮੇ ਨੇ, ਉਹ ਯੋਧੇ ਨੇ, ਉਹ ਬਹਾਦਰ ਨੇ। ਇਹ ਤਾਂ ਬਿਲਕੁਲ ਹੀ ਦੋਗਲੀ ਗੱਲ ਹੋ ਜਾਂਦੀ ਹੈ ਨਾ ਜੀ। ਜਦੋਂ ਅਸੀਂ ਕਿਸੇ ਦੇ ਪ੍ਰੋਗਰਾਮ ਬੰਦ ਕਰਾਉਣ ਜਾਂਦੇ ਹਾਂ ਫਿਰ ਇਹ ਬੰਦੇ ਕਹਿੰਦੇ ਨੇ ਸੂਰਮੇ ਨੇ, ਬਹਾਦਰ ਨੇ। ਕੋਈ ਜਦੋਂ ਇਹਨਾਂ ਦਾ ਚੈਨਲ ਬੰਦ ਕਰਦਾ ਹੈ ਫਿਰ ਕਹਿੰਦੇ ਨੇ ਜੀ ਸਾਡੇ ਨਾਲ ਧੱਕਾ ਹੁੰਦਾ ਹੈ। ਇੱਦਾਂ ਹੀ ਹੋਣਾ ਚਾਹੀਦਾ ਨਾ ਜੀ ਵੀ ਅਸੀਂ ਫੇਰ ਕਰੀਏ, ਅਸੀਂ ਬੈਲੈਂਸ ਰੱਖੀਏ। ਜਦੋਂ ਸਾਡੇ ਨਾਲ ਧੱਕਾ ਹੁੰਦਾ ਹੈ ਅਸੀਂ ਖੁੱਲ੍ਹ ਕੇ ਆਵਾਜ਼ ਉਠਾਈਏ ਤੇ ਅਸੀਂ ਦੂਜੇ ਨਾਲ ਧੱਕਾ ਕਰੀਏ ਨਾ। ਸੋ ਭਾਈ ਸਾਹਿਬ ਜੀ, ਮੈਨੂੰ ਲੱਗਦਾ ਕਿ ਜਿਹੜੀਆਂ ਵੀ ਸੰਗਤਾਂ ਇਸ ਵੇਲੇ ਇਸ ਪ੍ਰੋਗਰਾਮ ਦੇਖ ਰਹੀਆਂ ਸੁਣ ਰਹੀਆਂ ਨੇ ਉਹ ਤੁਹਾਡੇ ਇਸ ਪੱਖ ਨੂੰ ਜ਼ਰੂਰ ਸਮਝ ਗਈਆਂ ਹੋਣਗੀਆਂ ਕਿ ਸਾਨੂੰ ਕਿਤੇ ਨਾ ਕਿਤੇ ਆਪਣੇ ਗੁਰੂ ਦੇ ਸਿਧਾਂਤ ਨੂੰ ਮੰਨਦੇ ਹੋਏ ਜਿਹੜਾ ਕਿ ਆਪਣੇ ਦੋਨਾਂ ਹੀ ਪੱਖਾਂ ਦੇ ਉੱਤੇ ਗੌਰ ਦੇ ਨਾਲ ਕੰਮ ਕਰਨਾ ਚਾਹੀਦਾ। ਕਿਸੇ ਇੱਕ ਚੀਜ਼ ਦੇ ਉੱਤੇ ਅਸੀਂ ਜ਼ਿਆਦਾ ਨਾ ਡਿੱਗੀਏ, ਦੂਜੇ ਪੱਖ ਨੂੰ ਨੀਵਾ ਕਰੀਏ। ਪਰ ਉੱਥੇ ਹੀ ਆਪਾਂ ਗੱਲ ਕਰਦੇ ਹਾਂ ਭਾਈ ਸਾਹਿਬ ਜੀ, ਤੁਹਾਡੀਆਂ ਬਹੁਤ ਸਾਰੇ ਚੈਨਲਸ 'ਤੇ ਅਸੀਂ ਇੰਟਰਵਿਊ ਸੁਣਦੇ ਰਹੇ ਹਾਂ, ਦੇਖਦੇ ਹਾਂ। ਉੱਥੇ ਹਮੇਸ਼ਾ ਹੀ ਸੰਗਤਾਂ ਵੱਲੋਂ ਵੀ, ਸੰਗਤੀ ਰੂਪ ਦੇ ਵਿੱਚ ਵੀ ਹਮੇਸ਼ਾ ਇਹ ਹੁੰਦਾ ਕਿ ਜੀ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਬਾਤਾਂ ਨੇ ਤਕਰਾਰ ਵਾਲੀਆਂ ਹੁੰਦੀਆਂ ਨੇ। ਪਰ ਅਸੀਂ ਇੱਥੋਂ ਅੱਜ ਇੰਟਰਵਿਊ ਦਾ ਆਰੰਭ ਕਰਦੇ ਹਾਂ ਕਿ ਜਦੋਂ ਤੁਸੀਂ ਅੱਜ ਤੋਂ ਇੰਨੇ ਸਾਲ 20 ਸਾਲ ਪਹਿਲਾਂ ਪ੍ਰਚਾਰ ਸ਼ੁਰੂ ਕੀਤਾ, ਹਾਂਜੀ, ਅੱਜ 20 ਸਾਲਾਂ ਬਾਅਦ ਐਸਾ ਤੁਸੀਂ ਕਿਹੜਾ ਪ੍ਰਚਾਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਨਵੇਕਲਾਪਨ ਤੁਸੀਂ ਲਿਆਂਦਾ ਤੇ ਤੁਹਾਡੇ ਉੱਤੇ ਧਮਕੀ ਦੀ ਗੱਲ ਆਈ ਹੈ? ਨਹੀਂ, ਗੱਲ ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ? ਤੁਸੀਂ ਇਹਦਾ ਕੀ ਕਾਰਨ ਸਮਝਦੇ ਹੋ ਕਿ
ਇਹ ਧਮਕੀ ਆਉਣੀ ਵਾਜਬ ਸੀ? ਤੁਹਾਨੂੰ ਲੱਗਦਾ ਸੀ ਕਿ ਇਹ ਧਮਕੀ ਤੁਹਾਨੂੰ ਆਏਗੀ ਜਿਸ ਤਰੀਕੇ ਨਾਲ ਤੁਸੀਂ ਕਰ ਰਹੇ ਹੋ? ਬਲਜਿੰਦਰ ਸਿੰਘ ਜੀ, ਮੈਨੂੰ ਇਹ ਲੱਗਦਾ ਵੀ ਤੁਸੀਂ ਹੁਣ ਨਵਾਂ ਚੈਨਲ ਇੱਕ ਸ਼ੁਰੂ ਕੀਤਾ ਹੈ। ਤੁਸੀਂ ਸ਼ਾਇਦ 1 ਜਾਂ 2 ਜਾਂ ਹੋ ਸਕਦਾ 3 ਚੈਨਲਾਂ ਦੇ ਵਿੱਚ ਪਹਿਲਾਂ ਕੰਮ ਕੀਤਾ ਹੋਵੇ। ਬਿਲਕੁਲ ਕਰਦਿਆਂ ਕਰਦਿਆਂ ਫਿਰ ਤੁਸੀਂ ਅੱਜ ਇੱਕ ਆਪਣਾ ਚੈਨਲ ਪਲੇਟਫਾਰਮ ਜਿਹੜਾ ਆ ਉਹ ਬਣਾਇਆ ਆ। ਹੁਣ ਉਹਦੇ ਵਿੱਚ ਸੇਮ ਇਸੇ ਤਰ੍ਹਾਂ ਹੀ ਹੈ ਕਿ ਸਾਡੇ ਸਿੱਖਾਂ ਦੇ ਵਿੱਚ ਵੀ ਇੱਕ ਨਹੀਂ ਬਹੁਤ ਸਾਰੀਆਂ ਜਥੇਬੰਦੀਆਂ, ਧੜੇ, ਧਿਰਾਂ ਹੈਗੀਆਂ ਨੇ। ਜਦੋਂ ਆਪਾਂ ਪ੍ਰਚਾਰ ਸ਼ੁਰੂ ਕੀਤਾ, ਮੈਂ ਰਾੜਾ ਸਾਹਿਬ ਸੰਪਰਦਾ ਵਿੱਚ ਰਿਹਾ, ਫਿਰ ਟਕਸਾਲ ਵਾਲੀ ਮਰਿਆਦਾ ਨੂੰ ਫੋਲੋ ਕੀਤਾ, ਅਮਰ ਸੰਚਾਰ ਕਰਾਇਆ, ਸਾਰੇ ਜਥਿਆਂ ਨਾਲ, ਅਖੰਡ ਕੀਰਤਨੀ ਜਥੇ ਨਾਲ, ਨਾਨਕਸਰ ਨਾਲ, ਸਾਰਿਆਂ ਨਾਲ ਮੇਰਾ ਰਾਬਤਾ ਰਿਹਾ। ਮੈਂ ਸਾਂਝਾ ਬਣ ਕੇ ਗੱਲ ਕਰਦਾ ਰਿਹਾ। ਜਿਵੇਂ ਜਿਵੇਂ ਸਾਡਾ ਮਾਈਂਡ ਡਿਵੈਲਪ ਹੁੰਦਾ ਹੈ, ਕਈ ਚੀਜ਼ਾਂ ਨੂੰ ਸਾਨੂੰ ਵੇਖ ਕੇ ਗਲਤ ਲੱਗਦੀਆਂ ਨੇ ਵੀ ਆਹ ਤਾਂ ਯਾਰ ਪਖੰਡ ਹੈ, ਸਾਡੇ ਰਾਹ ਦਾ ਰੋੜਾ ਬਣਦਾ। ਪਰੰਪਰਾਵਾਂ ਜਿਹੜੀਆਂ ਨੇ ਬਹੁਤ ਸਾਰੀਆਂ ਫੇਕ ਹੈ, ਜਿਹੜੀਆਂ ਕਿ ਗੁਰੂ ਸਾਹਿਬ ਦੀ ਗੁਰਬਾਣੀ ਦੇ ਮੁਤਾਬਕ ਸਹੀ ਨਹੀਂ ਬੈਠਦੀਆਂ। ਗੁਰਬਾਣੀ ਦਾ ਲੌਜਿਕ ਕੁਝ ਹੋਰ ਕਹਿ ਰਿਹਾ। ਗੁਰਬਾਣੀ ਜਿਨ੍ਹਾਂ ਗੱਲਾਂ ਨੂੰ ਰੋਕਦੀ ਹੈ, ਖੰਡਨ ਕਰਦੀ ਹੈ, ਅੱਜ ਸਾਡੀਆਂ ਸੰਪਰਦਾਵਾਂ ਬਹੁਤੇ ਉਹੀ ਕੰਮ ਕਰਦੀਆਂ ਨੇ ਜਿਹਦੇ ਤੋਂ ਗੁਰੂ ਪਾਤਸ਼ਾਹ ਜੀ ਰੋਕ ਕੇ ਗਏ ਹੈ। ਜਿਹੜੀਆਂ ਗੁਰੂ ਸਾਹਿਬ ਜੀ ਦੀਆਂ ਉਹ ਦਲੀਲਾਂ ਕਰਕੇ, ਉਹ ਕੰਮਾਂ ਕਰਕੇ ਉਹਨਾਂ ਨੂੰ ਤਵੀਆਂ 'ਤੇ ਬਹਾ ਦਿੱਤਾ ਗਿਆ ਸੀ ਕਿ ਆਹ ਪਖੰਡਵਾਦ ਦੇ ਵਿਰੁੱਧ ਪੰਚਮ ਪਾਤਸ਼ਾਹ ਆਵਾਜ਼ ਉਠਾਉਂਦੇ ਹੈ ਜਾਂ ਗੁਰੂ ਸਾਹਿਬ ਜੀ ਦੇ ਬੱਚੇ ਸਾਹਿਬਜ਼ਾਦੇ ਸ਼ਹੀਦ ਕੀਤੇ ਜਾਂਦੇ ਹੈ। ਉਹ ਸਾਰੀਆਂ ਪਰੰਪਰਾਵਾਂ ਹੋਰ ਰੂਪ ਦੇ ਵਿੱਚ ਸਿੱਖ ਵੀ ਕਰ ਰਹੇ ਨੇ। ਉਹ ਸਾਰੇ ਕੁਛ ਨੂੰ ਵੇਖਿਆ, ਮੈਂ ਆਪ ਵੀ ਕਰ ਰਿਹਾ ਸੀ। ਮੈਂ ਆਪਣਾ ਆਪ ਵੀ ਬੰਦ ਕੀਤਾ, ਸਾਰੇ ਦਾ ਸਾਰਾ ਛੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੈਂ ਕਿਹਾ ਇੱਕ ਮੰਨ ਕੇ, ਤੇ ਮੈਂ ਪ੍ਰਚਾਰ 4-5 ਸਾਲ ਤੋਂ ਸ਼ੁਰੂ ਕਰ ਲਿਆ ਸੀ। ਆਪਣੇ ਆਪ ਨੂੰ ਬਦਲ ਲਿਆ ਵੀ ਇੱਕ ਮਰਿਆਦਾ, ਇੱਕ ਸੰਵਿਧਾਨ ਹੁੰਦਾ ਹੈ, ਇੱਕ ਕੰਟਰੀ ਦਾ ਇੱਕ ਕਾਨੂੰਨ ਹੁੰਦਾ ਹੈ, ਸਾਡਾ ਵੀ ਇਸੇ ਤਰ੍ਹਾਂ ਹੋਵੇ। ਤੇ ਮੈਂ ਆਪਣਾ ਬਦਲ ਲਿਆ, ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਸੰਪਰਦਾਈਆਂ ਨੇ, ਬਾਬਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੁਣ ਮੰਨ ਲਓ ਤੁਸੀਂ ਕਿਸੇ ਚੈਨਲ 'ਚ ਕੰਮ ਕਰਦੇ ਸੀ, ਤੁਹਾਡੇ ਵਰਗਾ ਅੰਪਲਾਈ ਕੋਈ ਨਹੀਂ, ਚੈਨਲਾਂ ਦੇ ਮਾਲਕਾਂ ਨੇ ਕਹਿਣਾ ਬਲਜਿੰਦਰ ਸਿੰਘ ਸਭ ਤੋਂ ਵਧੀਆ ਸਾਡਾ ਵਲੰਟੀਅਰ ਹੈ, ਕੰਮ ਕਰਦਾ ਹੈ। ਜਿੱਦਣ ਤੁਸੀਂ ਆਪਣੇ ਤਰੀਕੇ ਸਿਰ ਆਪਣਾ ਕੰਮ ਕਰਨਾ ਸ਼ੁਰੂ ਕਰਦੇ ਹੋ, ਉਹਨਾਂ ਨੇ ਕਹਿਣਾ ਸਾਡਾ ਸ਼ਰੀਕ ਬਣ ਗਿਆ ਬਸ। ਸੋ ਇੱਥੇ ਹੀ ਮੈਂ ਇੱਕ ਗੱਲ ਸਵਾਲ ਤੁਹਾਡੇ ਤੋਂ ਕਰਦਾ ਜੀ ਕਿ ਤੁਸੀਂ ਜਿਹੜੇ ਪਿਛਲੇ 20 ਸਾਲ ਦੇ ਵਿੱਚ ਇਸ ਆਪਣੇ ਪ੍ਰਚਾਰ ਦੇ ਦੌਰਾਨ ਜਿਹੜੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਜਦੋਂ ਤੁਸੀਂ ਆਪਣੇ ਪ੍ਰਚਾਰ ਦੇ ਵਿੱਚ ਦੱਸਦੇ ਹੋ ਕਿ ਤੁਸੀਂ ਨਿਵੇਕਲਾਪਨ ਲਿਆਉਣ ਦੀ ਕੋਸ਼ਿਸ਼ ਕੀਤੀ, ਕਿ ਉਸ ਸੰਗਤ ਨੇ ਤੁਹਾਨੂੰ ਬੜਾ ਸੁਖਾਲੇ ਤਰੀਕੇ ਨਾਲ ਐਕਸੈਪਟ ਕਰ ਲਿਆ ਕਿ ਭਾਈ ਸਾਹਿਬ ਪਹਿਲਾਂ ਸਾਨੂੰ ਇਸ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੋੜਦੇ ਸਨ, ਅੱਜ ਉਹਨਾਂ ਦਾ ਵੇ ਆਫ ਟਾਕਿੰਗ ਜਾਂ ਉਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਅੱਜ ਇਸ ਤਰੀਕੇ ਨਾਲ ਹੈ? ਉਹਦੇ ਵਿੱਚ ਤੁਹਾਨੂੰ ਕਿੰਨਾ ਕੁ ਸੰਗਤਾਂ ਨੇ ਛੇਤੀ ਐਕਸੈਪਟ ਕੀਤਾ ਜਾਂ ਤੁਹਾਨੂੰ ਕਿੰਨਾ ਕੁ ਵਿਰੋਧਤਾ ਸਹਿਣੀ ਪਈ? ਨਹੀਂ, ਸੰਗਤ ਵੱਲੋਂ ਤਾਂ ਸਦਾ ਹੀ ਪ੍ਰਵਾਨ ਕੀਤਾ ਗਿਆ ਹੈ, ਅੱਜ ਵੀ ਕੀਤਾ ਜਾ ਰਿਹਾ ਹੈ। ਜੇ ਸੰਗਤ ਮੈਨੂੰ ਪ੍ਰਵਾਨ ਨਹੀਂ ਕਰ ਰਹੀ, ਫਿਰ ਮੇਰਾ ਸਾਰੇ ਦੇ ਸਾਰੇ ਜਿਹੜੇ ਸੰਪਰਦਾਈ ਨੇ ਇੰਨੀ ਵੱਡੀ ਪੱਧਰ 'ਤੇ ਵਿਰੋਧ ਨਾ ਕਰਨ। ਉਹਨਾਂ ਨੂੰ ਇਹ ਲੱਗੂਗਾ ਕਿ ਢੱਡਰੀਆਂ ਵਾਲੇ ਨੂੰ ਸੰਗਤ ਨੇ ਜਿਹੜਾ ਹੈਗਾ ਨਕਾਰ ਦਿੱਤਾ ਆ, ਸੰਗਤ ਇਹਨੂੰ ਹੁਣ ਪਸੰਦ ਨਹੀਂ ਕਰਦੀ, ਮਰਿਆ ਸੱਪ ਹੈ, ਸਾਨੂੰ ਕੀ ਲੈਣਾ, ਆਪਦਾ ਭੌਂਕਦਾ ਹੈ, ਰੌਲਾ ਪਾਉਂਦਾ, ਪਾਈ ਜਾਣ ਦਿਓ। ਸੰਗਤ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਨੇ ਪਸੰਦ ਕੀਤਾ, ਲੱਖਾਂ ਲੋਕਾਂ ਦਾ ਇਕੱਠ ਹੁਣ ਤੱਕ ਫਰਵਰੀ ਵਿੱਚ ਜਦੋਂ ਮੈਂ ਆਪਣੇ ਦੀਵਾਨ ਬੰਦ ਕੀਤੇ ਹੈ ਹੁੰਦਾ ਹੀ ਰਿਹਾ। ਅੱਜ ਵੀ ਜਿੱਥੇ ਮਰਜ਼ੀ ਇਹਨਾਂ ਨੂੰ ਕਹੋ ਵੀ ਮੇਰਾ ਵਿਰੋਧ ਕਰਨ ਵਾਸਤੇ ਨਾ ਆਓ, ਇੰਗਲੈਂਡ ਮੈਂ ਆ ਜਾਂਦਾ, 2 ਗੁਰਦੁਆਰਿਆਂ 'ਚ ਪ੍ਰੋਗਰਾਮ ਰੱਖ ਕੇ ਵੇਖ ਲੈਣ ਸੰਗਤ ਆਉਂਦੀ ਹੈ ਕਿ ਨਹੀਂ ਆਉਂਦੀ। ਸੰਗਤ ਨੇ ਪ੍ਰਵਾਨ ਕੀਤਾ ਹੈ, ਪਰ ਸਾਡੇ ਪੁਜਾਰੀ ਸਿਸਟਮ ਨੇ, ਸਾਡੀਆਂ ਸੰਪਰਦਾਵਾਂ ਨੇ, ਸਾਡੀਆਂ ਜਥੇਬੰਦੀਆਂ ਨੇ, ਸਾਡੇ ਧੜਿਆਂ ਨੇ, ਜਿਹੜੇ ਪੰਥ ਦੇ ਠੇਕੇਦਾਰ ਨੇ, ਉਹਨਾਂ ਨੇ ਪਸੰਦ ਨਹੀਂ ਕੀਤਾ। ਸੰਗਤ ਤੇ ਸਾਰਾ ਕੁਝ ਸਮਝਦੀ ਹੈ ਤਾਂ ਹੀ ਸੁਣ ਰਹੇ ਨੇ ਸਾਰੇ। ਸੋ ਭਾਈ ਸਾਹਿਬ ਜੀ, ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਤੁਸੀਂ ਸਰੋਤ ਪਹਿਲਾਂ ਵਰਤਦੇ ਸੀ ਇਤਿਹਾਸ ਦੇ ਹਵਾਲੇ ਦੇਣ ਦੇ ਲਈ ਜਾਂ ਗੁਰਬਾਣੀ ਦਾ, ਗੁਰੂਆਂ ਦਾ ਇਤਿਹਾਸ ਦੇਣ ਦੇ ਲਈ, ਹੁਣ ਜਿਹੜਾ ਤੁਸੀਂ ਆਪਣੇ ਆਪ ਨੂੰ ਚੇਂਜ ਕੀਤਾ, ਹੁਣ ਕੀ ਤੁਹਾਡੇ ਸਰੋਤ ਵੀ ਬਦਲ ਗਏ ਨੇ ਜਾਂ ਤੁਸੀਂ ਹੋਰ ਵਿਦਵਾਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ? ਉਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਅਸੀਂ ਸਮਝਣ ਦਾ ਮਤਲਬ ਇਹ ਹੈ ਵੀ ਜਦੋਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਸ਼ਬਦਾਂ ਨੂੰ ਸਮਝਦੇ ਹਾਂ, ਉਹਦੇ ਵਿੱਚ ਉਹਨਾਂ ਦੀ ਪਰਸਨੈਲਿਟੀ, ਉਹਨਾਂ ਦੀ ਸ਼ਖਸੀਅਤ ਨਿਖਰ ਕੇ ਸਾਹਮਣੇ ਆਉਂਦੀ ਹੈ ਵੀ ਪਾਤਸ਼ਾਹ ਇੱਦਾਂ ਦੇ ਹੋਣਗੇ।
क्योंकि जदों वो कहते हैं कि सराध दे बारे खुल के बोलते हैं, दीवे जगाउण दे बारे बोलते हैं, बलियां देण दे बारे पातशाह बोलते हैं भी बलियां नहीं देनियां, दीवे नहीं जगाउणे, जोतां नहीं जगाउणियां, सराध नहीं करने, मरण तो बाद आ पखंड नहीं करने। वो सारे कुछ नूं जदों गुरबाणी नूं मैं समझण दी ट्राई कीती है तो वो जिन्ने जिन्ने इतिहास ने ये लगता है भी ये बनाए गए है। पातशाह कहते हैं सराध करने नहीं, ये सराधां नूं मनमानता दिती गई है। पातशाह भंग नूं माड़ा कहते हैं, कहते भंग पीनी कोई माड़ी गल नहीं। पातशाह कहते हैं कि बलियां नहीं देनियां, ये कहते पातशाह खुद बलियां दिंदे सी। मतलब इतिहास सारे दा सारा जदों गुरबाणी नूं समझ के वेखिया वो बिल्कुल ही मेल नहीं खांदा। इस करके उन्होंने मैं रद्द करदा भी जिहड़ी गल गुरमत नूं अनुकूल है ही नहीं, असीं उहनूं रद्द करिए। सो इसे तरीके नाल भाई साहब जी जिवें तुसीं गुरबाणी दे नाल इतिहास दा जिहड़ा कि एक कंपैरिजन करते हो कि ये उस नाल मेल नहीं खांदा जो साडे गुरु साहब कहंदे ने, पर की तुसीं कोई हुण तक इदां दा उपराला कीता कि विद्वानां नूं इकट्ठे करके कोई उपराला कीता कि आपां ये इतिहास गुरबाणी दे नाल मेल नहीं खांदा कि इस दे विच सोध कीती जावे तां कि देखो जिहड़ा इतिहास तुसीं पहलां पढ़िया तुसीं ओह अगे प्रेरिया संगतां नूं सुनाया उहनां नूं जोड़िया। अज जो तुसीं कहने हो कि इस चीज़ दे नाल मैनूं ये फील हुंदा है कि जी आ चीज़ सही नहीं है, कि जिहड़ी चीज़ गलत तुहानूं लगदी है भी उस तरीक नूं सोध के ताकि आउण वालियां जनरेशन गलत चीज़ ना पढ़न। की तुसीं कोई इदां दी कमेटी जां इदां दे विद्वानां नाल कोई विचार गोष्ठी कीती कि यार आपां इस नूं सोध दईए, जे ना सोधिया तां आउण वाले समय विच शायद ये होर भी मिलगोभा हो सकदा है। वीर जी जे कुछ बंदियां दा साडे पंथ दे उत्ते कब्जा आ, ਜਿਹੜੇ ਜਿਹੜੇ ਬੰਦਿਆਂ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਨੂੰ ਗਲਤ ਕਿਹਾ ਵੀ ਇਹਦੇ ਵਿੱਚ ਬਹੁਤ ਗਲਤ ਲਿਖਿਆ ਪਾਤਸ਼ਾਹਾਂ ਬਾਰੇ, ਉਹਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਕਾਲਾ ਅਫਗਾਨਾ ਗੁਰਬਖਸ਼ ਸਿੰਘ ਹੋਣਾ ਨੂੰ। ਜੇ ਕੋਈ ਆਵਾਜ਼ ਹੋਰ ਵਿਦਵਾਨਾਂ ਨੇ ਚੁੱਕੀ ਹੈ ਉਹਨਾਂ ਬੰਦਿਆਂ ਨੂੰ ਪੰਥ ਵਿੱਚੋਂ ਕੱਢਿਆ ਗਿਆ, ਉਹਨਾਂ ਦੀ ਸਲਾਹ ਉਹਨਾਂ ਦੀ ਕਿਸੇ ਵੀ ਗੱਲ ਨੂੰ ਮੰਨਿਆ ਨਹੀਂ ਗਿਆ। ਮੈਂ ਵੀ ਇਸੇ ਤਰ੍ਹਾਂ ਕਿਹਾ ਵੀ ਗੁਰੂ ਪਾਤਸ਼ਾਹਾਂ ਦੇ ਬਾਰੇ ਅਸੀਂ ਜੇ ਕੋਈ ਬੰਦਾ ਗਲਤ ਬੋਲਦਾ ਉਸੇ ਵੇਲੇ ਉਹਨੂੰ ਕੁੱਟਦੇ ਹਾਂ, ਉਹਨੂੰ ਮਾਰਦੇ ਹਾਂ। ਸਾਨੂੰ ਦੁੱਖ ਲੱਗਦਾ ਕਿ ਸਾਡੇ ਪਾਤਸ਼ਾਹ ਦੀ ਕੋਈ ਬੇਅਦਬੀ ਨਾ ਕਰੇ। ਤਾਂ ਇਹਨਾਂ ਗ੍ਰੰਥਾਂ ਦੇ ਵਿੱਚ ਵੀ ਗਲਤ ਲਿਖਿਆ, ਇਹਦੇ ਬਾਰੇ ਵੀ ਜਥੇਦਾਰ ਅਕਾਲ ਤਖਤ ਸਾਹਿਬ ਵਾਲੇ ਸੋਚਣ। ਉਹਨਾਂ ਨੇ ਉਹਦੇ ਉੱਤੇ ਕਮੇਟੀ ਨਹੀਂ ਬਣਾਈ। ਸਾਰੇ ਪੰਥ ਨੂੰ ਵੀਰ ਜੀ ਮਾੜਾ ਮੋਟਾ ਵੀ ਗੁਰਬਾਣੀ ਨੂੰ ਸਮਝਣ ਵਾਲਾ ਬੰਦਾ ਹੈ, ਜਿਨ੍ਹਾਂ ਨੇ ਸੂਰਜ ਪ੍ਰਕਾਸ਼ ਪੜ੍ਹਿਆ ਹੈ, ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਜਾਂ ਹੋਰਾਂ ਗ੍ਰੰਥਾਂ ਵਿੱਚ ਕਿੰਨਾ ਕੁਛ ਗੁਰੂ ਸਾਹਿਬ ਵਾਸਤੇ ਕੁਫਰ ਤੋਲਿਆ ਗਿਆ ਹੈ। ਉਹਦੇ ਉੱਤੇ ਕਮੇਟੀ ਨਹੀਂ ਬਣਾਈ, ਉਲਟਾ ਰਣਜੀਤ ਸਿੰਘ ਦੇ ਉੱਤੇ ਹੀ ਕਮੇਟੀ ਬਣਾ ਦਿੱਤੀ ਗਈ ਹੈ ਵੀ ਇਹਦੇ ਉੱਤੇ ਕਮੇਟੀ ਬਣਾਓ, ਇਹਨੂੰ ਪੰਥ ਵਿੱਚੋਂ ਰਾਹ ਬਾਹਰ ਕੱਢਣ ਦਾ ਰਾਹ ਕਿਹੜਾ ਸੋਚਿਆ ਜਾਵੇ। ਕਿਉਂਕਿ ਉਹ ਬੰਦਿਆਂ ਨੇ ਉਹਨੂੰ ਛਾਤੀ ਨਾਲ ਲਾ ਲਿਆ ਆ, ਜਿਹੜੇ ਗ੍ਰੰਥਾਂ 'ਚ ਜੋ ਲਿਖਿਆ ਇਹਨੂੰ ਇੱਦਾਂ ਹੀ ਰੱਖਣਾ ਹੈ। ਉਹਨਾਂ ਦਾ ਤਰਕ ਇਹ ਹੈ, ਉਹ ਸੋਚਦੇ ਹੈ ਕਿ ਸਾਡੇ ਵੱਡੇ ਵਡੇਰਿਆਂ ਨੇ ਮਹਾਂਪੁਰਖਾਂ ਨੇ ਇਹਦੀ ਕਥਾ ਕੀਤੀ ਹੈ, ਜੇ ਅੱਜ ਅਸੀਂ ਕੱਢਾਂਗੇ ਫਿਰ ਉਹ ਝੂਠੇ ਪੈ ਜਾਣਗੇ, ਸਾਡੇ ਬਾਬੇ ਝੂਠੇ ਨਾ ਪੈਣ। ਇਸ ਕਰਕੇ ਉਹਨਾਂ ਨੇ ਉਹਨਾਂ ਗ੍ਰੰਥਾਂ ਬਾਰੇ ਗੱਲ ਹੀ ਨਹੀਂ ਕਰਨ ਦਿੰਦੇ, ਗੱਲ ਛੇੜਨ ਵੀ ਨਹੀਂ ਦਿੰਦੇ। ਵੀਰ ਜੀ ਕਿਹੜੀ ਕਮੇਟੀ ਇਹਨਾਂ ਨੇ ਬਣਾਉਣੀ ਹੈ? ਕਮੇਟੀ ਤਾਂ ਅਕਾਲ ਤਖਤ ਦੇ ਜਥੇਦਾਰਾਂ ਨੇ ਬਣਾਉਣੀ ਹੈ। ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਤਿਹਾਸ 'ਚ ਜੋ ਮਿਲਾਵਟਾਂ ਨੇ, ਰਣਜੀਤ ਸਿੰਘ ਨੇ ਜੋ ਬੋਲਿਆ, ਰਣਜੀਤ ਸਿੰਘ ਨੂੰ ਸਖਤ ਤਾੜਨਾ ਕਰਦੇ ਆ, ਅੱਜ ਤੋਂ ਬਾਅਦ ਕੁਛ ਨਾ ਕਵੇ ਤੇ ਅਸੀਂ ਆ ਕਮੇਟੀ ਬਣਾ ਦਿੱਤੀ ਹੈ। ਸਾਲ ਦੇ ਵਿੱਚ ਗਲਤ ਜੋ ਹੈਗਾ ਕੱਢ ਕੇ ਬਾਹਰ ਰੱਖ ਦਿਆਂਗੇ, ਸਹੀ ਇਤਿਹਾਸ ਸਾਹਮਣੇ ਆਏਗਾ, ਫਿਰ ਸਾਰੇ ਜੋ ਮਰਜ਼ੀ ਬੋਲਿਆ ਕਰੋ। पर भाई साहब जी पर एक बारी फिर मैं हाँ या ना च पुछना चाहना कि की तुसी उपराला कीता किसे ਜਿਹੜੀਆਂ ਸੰਪਰਦਾਵਾਂ ਨਾਲ ਮਿਲ ਕੇ ਤੁਸੀਂ ਪ੍ਰਚਾਰ ਕਰਦੇ ਰਹੇ ਹੋ ਜਾਂ ਜਿਨ੍ਹਾਂ ਦੇ ਨਾਲ ਮਿਲ ਕੇ ਤੁਸੀਂ ਗੁਰ ਇਤਿਹਾਸ ਨੂੰ ਸਾਂਝ ਪਾਉਂਦੇ ਰਹੇ ਹੋ, ਕੀ ਤੁਸੀਂ ਅਜੇ ਤੱਕ ਕਿਸੇ ਵੀ ਵਿਦਵਾਨ ਦੇ ਨਾਲ ਇਹਦੇ ਵਿੱਚ ਆਪਣੇ ਤੌਰ ਤੇ ਪਰਸਨਲ ਲੈਵਲ ਤੇ ਵਿਚਾਰ ਚਰਚਾ ਕੀਤੀ? ਵੀਰ ਜੀ ਮੇਰੀ ਇੱਕ ਗੱਲ ਧਿਆਨ ਨਾਲ ਸੁਣੋ। ਮੈਂ ਕਹਿੰਦਾ ਵੀ 2016 ਵਿੱਚ ਤਾਂ ਇਤਿਹਾਸ ਉੱਤੇ ਮੇਰੀ ਕੋਈ ਕਿੰਤੂ ਪਰੰਤੂ ਅਜੇ ਹੋਇਆ ਹੀ ਨਹੀਂ ਸੀ। ਮੈਂ ਤਾਂ ਕੋਈ ਗੱਲ ਹੀ ਨਹੀਂ ਸੀ ਕੀਤੀ ਜਿਸ ਵੇਲੇ ਸ਼ਬੀਲ ਲਾ ਕੇ ਬੰਦਾ ਮਾਰ ਗਏ ਸੀ ਆ ਕੇ। ਸਾਨੂੰ ਕੀ ਲੱਗਦਾ ਵੀ ਇਹ ਬੰਦੇ ਗੱਲ, ਇਹਨਾਂ ਦਾ ਮਤਲਬ ਕੋਈ ਇਤਿਹਾਸ ਨਾਲ ਨਹੀਂ ਵੀ ਇਤਿਹਾਸ ਵਿੱਚ ਤੂੰ ਰਣਜੀਤ ਸਿੰਘ ਨੇ ਗਲਤ ਸੁਣਾਇਆ, ਕੁਛ ਨਹੀਂ ਹੈਗਾ। ਇਹਨਾਂ ਦਾ ਮੰਨਣਾ ਸਾਡੀਆਂ ਸੰਪਰਦਾਵਾਂ ਨੂੰ ਮੰਨ ਕੇ ਚੱਲ ਵੀ ਅਸੀਂ ਸਾਰੇ ਦੇ ਸਾਰੇ ਠੇਕੇਦਾਰ ਕੌਮ ਦੇ ਹੈਗੇ ਆ। ਮਸਲਾ ਉਹਨਾਂ ਦਾ ਵੱਡਾ ਇਹ ਹੈ। ਮੇਰੇ ਨਾਲ
ਮੇਰੀ ਸੁਣੋ ਗੱਲ, ਮੈਂ ਤੁਹਾਡੇ ਚੈਨਲ ਤੇ ਬੋਲਦਾ, ਮੈਨੂੰ ਕਹਿ ਦੇਣ ਵੀ ਰਣਜੀਤ ਸਿੰਘ ਇਤਿਹਾਸ ਬਾਰੇ ਕੋਈ ਗੱਲ ਹੀ ਨਹੀਂ ਕਰੂਗਾ, ਮੈਂ ਅੱਜ ਵਾਅਦਾ ਕਰਦਾ ਵੀ ਮੈਂ ਇਤਿਹਾਸ ਬਾਰੇ ਗੱਲ ਇੱਕ ਵੀ ਨਹੀਂ ਕਰਨੀ, ਮੰਨ ਲਓ ਵੀ ਮੈਂ ਬੋਲਣਾ ਹੀ ਨਹੀਂ ਇਤਿਹਾਸ ਤੇ, ਅੱਜ ਮੈਂ ਵਾਅਦਾ ਕਰ ਦਿੰਦਾ। ਇਹ ਮੈਨੂੰ ਕਹਿ ਦੇਣ ਵੀ ਰਣਜੀਤ ਸਿੰਘ ਇਤਿਹਾਸ ਤੇ ਨਾ ਮਾੜੀ ਨਾ ਚੰਗੀ, ਨਾ ਮਾੜਾ ਨਾ ਚੰਗਾ ਕਰਨਾ ਹੀ ਨਹੀਂ, ਮੈਂ ਸਿਰਫ ਗੁਰਬਾਣੀ ਦੀ ਕਥਾ ਕਰਨੀ ਹੈ, ਮੈਂ ਅੱਜ ਮੰਨਣ ਨੂੰ ਤਿਆਰ ਹਾਂ। ਇਹ ਇੰਨੇ ਨਾਲ ਵੀ ਖੁਸ਼ ਥੋੜਾ ਹੋ ਜਾਣਗੇ? ਨਹੀਂ, ਤੁਸੀਂ ਕਰਕੇ ਦੇਖ ਲਓ। ਆਹੋ, ਮੈਂ ਕਹਿੰਦਾ ਤਿਆਰ ਆ, ਇਹਨਾਂ ਨੂੰ ਕਹਿ ਦਿਓ ਵੀ ਤੁਸੀਂ ਦੀਵਾਨ ਲੱਗਣ ਦਿਓ, ਰੌਲਾ ਪਾਉਣਾ ਬੰਦ ਕਰ ਦਿਓ, ਮੈਂ ਇਤਿਹਾਸ ਨਾ ਮਾੜਾ ਨਾ ਚੰਗਾ। ਇੱਕ ਦੇਖੋ, ਇੱਕ ਬੜਾ ਜਰਨਲ ਜਿਹਾ ਸਵਾਲ ਹੈ, ਮੈਨੂੰ ਲੱਗਦਾ ਕਿ ਹਰੇਕ ਇੰਟਰਵਿਊ ਵਿੱਚ ਵੀ ਹੁੰਦਾ ਹੈ। ਮੈਂ ਯੂਕੇ ਦੀ ਆਡੀਅנס ਵਾਸਤੇ ਜਾਂ ਯੂਰਪ ਦੀ ਆਡੀਅנס ਵਾਸਤੇ ਪੁੱਛਦਾ ਕਿ ਹਮੇਸ਼ਾ ਇਹ ਉਂਗਲ ਚੱਕੀ ਜਾਂਦੀ ਹੈ ਕਿ ਜੀ ਭਾਈ ਰਣਜੀਤ ਸਿੰਘ ਜੀ ਵਿਚਾਰ ਕਰਨ ਲਈ ਤਿਆਰ ਨਹੀਂ, ਕਿ ਇਦਾਂ ਦੀ ਕੋਈ ਕਦੀ ਤੁਹਾਡੇ ਨਾਲ ਗੱਲ ਹੋਈ ਹੈ ਕਿ ਤੁਹਾਨੂੰ ਕੋਈ ਟਾਈਮ ਦਿੱਤਾ ਹੋਵੇ, ਤੁਸੀਂ ਵਿਚਾਰ ਕਰਨ ਲਈ ਪਹੁੰਚੇ ਨਹੀਂ? ਮੈਂ ਹੁਣ ਇਦਾਂ ਹੁੰਦਾ ਹੈ, ਜਿਹੜੇ ਇਲਾਕੇ 'ਚ ਜਾਣਾ, ਇੱਕ ਗਰੁੱਪ ਦੇ ਗਾਂਹ 4-4 ਅੱਗੇ ਗਰੁੱਪ ਬਣੇ ਹੋਏ ਹੈ। ਹੁਣ ਮੈਂ 4-4 ਇੱਕ ਨਾਲ ਵਿਚਾਰ ਕਰਦਾ, ਦੂਜਾ ਕਹਿੰਦਾ ਹੁਣ ਮੇਰੇ ਨਾਲ ਵੀ ਕਰ, ਮੈਂ ਵੀ ਮਹਾਨ ਆ, ਮੈਂ ਵੀ ਆ, ਮੇਰੇ ਨਾਲ ਵੀ ਪਤਾ ਲੱਗੇ ਵੀ ਇਹਦੇ ਨਾਲ ਵੀ। ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਚੈਨਲ ਦੇ ਉੱਤੇ 2 ਘੰਟੇ ਬੈਠ ਕੇ ਆਇਆ, ਜਦੋਂ ਸਾਡੇ ਦੀਵਾਨ ਰੋਕਣ ਆਏ ਹੈ ਅਜਨਾਲੇ ਨੂੰ, ਮੈਂ ਕਿਹਾ ਅਮਰੀਕ ਸਿੰਘ ਅਜਨਾਲਾ ਮੇਰੇ ਨਾਲ ਚੈਨਲ ਤੇ ਬੈਠੇ ਤੇ ਗਿਆਨੀ ਹਰਪ੍ਰੀਤ ਸਿੰਘ ਜਹੇਦਾਰ ਅਕਾਲ ਤਖਤ ਸਾਹਿਬ ਉਹ ਆ ਜਾਣ। ਜੋ ਤੁਹਾਨੂੰ ਲੱਗਦਾ ਵੀ ਮੈਂ ਗੁਰੂ ਸਾਹਿਬ ਬਾਰੇ ਗਲਤ ਬੋਲਿਆ, ਕਿਉਂਕਿ ਮੇਰੇ ਤੇ ਇੱਕ ਥੋੜਾ ਇੰਨੇ ਜ਼ਿਆਦਾ ਇਲਜ਼ਾਮ ਲਾਇਆ ਵੀ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲਦਾ, ਗੁਰੂ ਪਾਤਸ਼ਾਹ ਬਾਰੇ ਗਲਤ ਬੋਲਦਾ, ਸ਼ਹੀਦਾਂ ਬਾਰੇ ਗਲਤ ਬੋਲਦਾ। ਮੈਂ ਇਹਨਾਂ ਨੂੰ ਇਹੀ ਕਿਹਾ ਆ ਵੀ ਜੋ ਤੁਹਾਡੇ ਅੱਜ ਤੱਕ ਪਿਛਲੇ 3-4 ਸਾਲਾਂ 'ਚ ਤੁਸੀਂ ਜੋ ਗਲਤ ਹੈਗਾ ਆ, ਉਹ ਮੇਰੀਆਂ ਸਟੇਟਮੈਂਟਾਂ ਮੈਨੂੰ ਲਿਆ ਕੇ ਸੁਣਾਓ। ਆਪਾਂ 1 ਮਿੰਟ ਦੀ ਨਹੀਂ, ਜੇ 10 ਮਿੰਟ ਦੀ ਹੈ ਪੂਰੀ ਗੱਲ 10 ਮਿੰਟ ਦੀ ਸੁਣਾਓ, ਕਿਹੜੇ ਦੀਵਾਨ ਵਿੱਚ ਗੱਲ ਹੋਈ ਹੈ, ਕਿੱਥੇ ਹੋਈ ਹੈ, ਤੁਸੀਂ ਮੇਰੀਆਂ ਗਲਤੀਆਂ ਕੱਢ ਦਿਓ। ਮੈਂ ਹੱਥ ਜੋੜ ਕੇ ਸਾਰੀ ਦੁਨੀਆ ਦੇ ਸਾਹਮਣੇ ਮਾफ़ੀ ਮੰਗਣ ਨੂੰ ਤਿਆਰ ਹਾਂ ਵੀ ਮੈਂ ਗਲਤ ਕੀ ਬੋਲਿਆ, ਮੈਨੂੰ ਦਿਖਾ ਤਾਂ ਦਿਓ। ਇਲਜ਼ਾਮ ਨੇ ਵੀ ਇਹ ਗੁਰੂ ਪਾਤਸ਼ਾਹ ਬਾਰੇ ਗਲਤ ਬੋਲਦਾ ਹੈ, ਹਾਲਾਂਕਿ ਕੋਈ ਵੀ ਇਹਨਾਂ ਕੋਲ ਜੇ ਇੱਦਾਂ ਦਾ ਸਬੂਤ ਹੁੰਦਾ ਵੀਰ ਜੀ, ਹੁਣ ਨੂੰ ਤਾਂ ਕਦੋਂ ਦੇ ਪੰਥ 'ਚੋਂ ਕੱਢ ਕੇ ਬਾਹਰ ਮਾਰਦੇ। ਪਰ ਜੇ ਹੁਣ ਗੱਲ ਕਰਦੇ ਹਾਂ, ਤੁਸੀਂ ਆਪਾਂ ਪਿਛਲੀਆਂ ਗੱਲਾਂ ਨੂੰ ਛੱਡ ਦਈਏ ਤੇ ਆਪਾਂ ਜੇ ਹੁਣ ਕਰੰਟ ਦੀ ਗੱਲ ਕਰੀਏ ਕਿ 6 ਜੂਨ ਦੇ ਤੁਹਾਡੇ ਦੀਵਾਨ ਨੂੰ ਲੈ ਕੇ ਇੱਕ ਵਾਰ ਫਿਰ ਬਹੁਤ ਵੱਡਾ ਜਿਹੜਾ ਕਿ ਇੱਕ ਬਵਾਲ ਕਹਿੰਦੇ ਖੜਾ ਹੋਇਆ ਹੈ, ਜਿਹਦੇ ਵਿੱਚ ਕਿ ਤੁਸੀਂ ਇਹ ਗੱਲ ਕਹੀ ਦੂਰ ਅੰਦੇਸ਼ੀ ਦੀ, ਕਿ 84 ਦੇ ਵਿੱਚ ਦੂਰ ਅੰਦੇਸ਼ੀ ਦੇ ਨਾਲ ਕੰਮ ਲੈਣਾ ਚਾਹੀਦਾ ਸੀਗਾ, ਕਿ ਇਹ ਸ਼ਬਦ ਤੁਸੀਂ ਕੀ ਸੋਚ ਕੇ ਬੋਲੇ ਜਾਂ ਤੁਹਾਨੂੰ ਕੀ ਲੱਗਿਆ ਕਿ ਕਿੱਥੇ ਦੂਰ ਅੰਦੇਸ਼ੀ ਦੀ ਕਿੱਥੇ ਘਟ ਰਹੀ ਹੈ? ਕਿਤੇ ਵੀ ਤੁਸੀਂ ਧਿਆਨ ਨਾਲ ਪੂਰਾ ਦੀਵਾਨ, ਮੈਂ ਤੁਹਾਨੂੰ ਆ ਮੁੰਡਿਆਂ ਨੂੰ ਕਹੂੰਗਾ ਬਿਨਾਂ ਲੋਗੋ ਲਾਏ ਤੋਂ ਤੁਹਾਨੂੰ ਦੇ ਦੇਣਗੇ ਦੀਵਾਨ, ਤੁਸੀਂ ਸਾਰਾ YouTube ਦੇ ਉੱਤੇ ਚਲਾਓ, 10 ਵਾਰ ਚਲਾਓ। ਇਹ ਦੱਸੋ ਵੀ ਮੇਰੇ ਕੋਲ ਇੱਥੇ ਇਹਨਾਂ ਨੇ ਪਾਇਆ ਵੀ ਭਿੰਡਰਾਂ ਵਾਲਿਆਂ ਬਾਰੇ ਕਹਿੰਦਾ ਉਹਨੂੰ ਦੂਰ ਅੰਦੇਸ਼ੀ ਨਹੀਂ ਸੀ, ਫਲਾਣਾ ਸਿੰਘ ਇੱਦਾਂ ਸੀ, ਸਿੰਘਾਂ ਨੂੰ ਅਕਲ, ਇੱਦਾਂ ਦੇ ਲਫ਼ਜ਼ ਇਹਨਾਂ ਨੇ ਮੇਰੇ ਮੂੰਹ ਵਿੱਚ ਪਾਏ ਹੈ। ਪਹਿਲਾਂ ਸਾਰਾ ਦੀਵਾਨ ਸੁਣੋ ਵੀ ਉਹਦੇ ਵਿੱਚ ਇੱਕ ਵੀ ਗੱਲ ਇੱਦਾਂ ਦੀ ਹੋਈ ਹੈ? ਨਹੀਂ, ਇਹ ਗੱਲ, ਇਸ ਗੱਲ ਨੂੰ ਤਾਂ ਮੈਂ ਖੁਦ ਉਹ 2 ਵਾਰ ਤੁਹਾਡਾ ਦੀਵਾਨ ਸੁਣਿਆ, ਉਹਦੇ ਵਿੱਚ ਤੁਸੀਂ ਕਿਤੇ ਵੀ ਤੁਸੀਂ ਦੇਖੋ, ਭਾਵੇਂ ਹਾਲਾਂਕਿ ਤੁਸੀਂ ਸੰਤ ਜਰਨੈਲ ਸਿੰਘ ਹੋਰਾਂ ਦਾ ਕਿਤੇ ਨਾਮ ਨਹੀਂ ਲਿਆ, ਤੁਸੀਂ ਇੰਨੀ ਗੱਲ ਜਿਹੜੀ ਕਹੀ ਹੈ ਕਿ 84 ਦੇ ਵੇਲੇ ਦੀ ਹੈ ਕਿ ਦੂਰ ਅੰਦੇਸ਼ੀ ਦੇਖਣੀ ਚਾਹੀਦੀ ਸੀ, ਉਹ ਤੁਹਾਨੂੰ ਇਹ ਸ਼ਬਦ ਕਿਉਂ ਵਰਤਣੇ ਪਏ? ਮਤਲਬ ਕਿ ਤੁਹਾਨੂੰ ਕੀ ਫੀਲ ਹੋਇਆ ਕਿ ਐਜ਼ ਏ ਪ੍ਰਚਾਰਕ? ਮੇਰੀ ਗੱਲ ਧਿਆਨ ਨਾਲ ਸੁਣੋ, ਅਸੀਂ ਇੱਕ ਨੋਰਮਲ ਗੱਲ ਕਰਦੇ ਹਾਂ, ਉਹਦੇ ਵਿੱਚ ਦੂਰ ਅੰਦੇਸ਼ੀ ਦੇ ਵਿੱਚ ਮੈਂ ਗੱਲ ਕਰ ਰਿਹਾ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਹਰ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਆ। ਉਹ ਵਿਸ਼ਾ ਸਾਰੇ ਦਾ ਸਾਰਾ ਵਿਸ਼ਾ ਆ, ਉਹਨੂੰ ਸਾਰੇ ਦੇ ਸਾਰੇ ਨੂੰ ਉਸੇ ਪਾਸੇ ਜੋੜ ਦਿੱਤਾ ਗਿਆ ਵੀ ਇਹ ਇੱਦਾਂ ਹੀ ਕਹਿ ਰਿਹਾ ਆ, ਉਹਦਾ ਮਤਲਬ ਇੱਦਾਂ ਦਾ ਕੱਢ ਲਿਆ ਗਿਆ ਆ। ਉਹਦੇ ਵਿੱਚ ਕਿਸੇ ਸਿੰਘ ਦਾ, ਕਿਸੇ ਦਾ ਕੋਈ ਸਮੇਂ ਦਾ ਨਾਂ ਲਿਆ ਗਿਆ ਆ। ਸਾਰੇ ਦੀਵਾਨ ਵਿੱਚ ਤੁਸੀਂ ਸੁਣੋਗੇ, ਮੈਂ ਬਾਰ-ਬਾਰ ਰਿਪੀਟ ਕਰਦਾ ਰਿਹਾ ਕਿ ਬਾਹਰ ਕੁੱਤੇ ਖੁੱਲ੍ਹੇ ਹੋਏ ਹੈ, ਸਾਨੂੰ ਵੇਖਣਾ ਪੈਣਾ ਵੀ ਉੱਧਰ ਨਾ ਜਾਈਏ, ਵੱਢ ਖਾਣਗੇ, ਹਾਲਾਤ ਇੱਦਾਂ ਦੇ ਹੈ, ਅਗਲੇ ਮਾਰਨ ਨੂੰ ਫਿਰਦੇ ਹੈ, ਸਾਡੇ ਨਾਲ ਧੱਕਾ ਕਰਦੇ ਹੈ, ਅਸੀਂ ਘੱਟ ਗਿਣਤੀ ਹਾਂ, ਬਹੁ ਗਿਣਤੀ ਸਾਡੇ ਨਾਲ ਧੱਕਾ ਕਰਦੀ ਹੈ, ਥੋੜ੍ਹੇ ਜਿਹੇ ਜੀ ਆ ਯਾਰ, ਬਚ ਬਚਾ ਕੇ ਆਪਾਂ ਵੇਖੀਏ ਵੀ ਛੋਟੀ ਜੀ ਸਾਡੀ ਕੌਮ ਹੈ, ਕਿਸੇ ਤਰ੍ਹਾਂ ਵੀ ਇਹਨਾਂ ਭੇੜੀਆਂ ਦੇ ਅੱਗੇ ਨਾ ਚਲੇ ਜਾਈਏ, ਨੁਕਸਾਨ ਨਾ ਆਪਣਾ ਕਰਵਾ ਲਈਏ। ਜੇ 84 ਵਿੱਚ ਜੋ ਹੋਇਆ, ਉੱਥੇ
ਉਹ ਸਾਰੇ ਸਿਸਟਮ ਨੂੰ ਵੇਖ ਕੇ ਅਸੀਂ ਅੱਗੇ ਵਾਸਤੇ ਜਿਹੜਾ ਕੋਈ ਵੀ ਇਦਾਂ ਦਾ ਕਦਮ ਨਾ ਚੁੱਕ ਲਈਏ ਕਿ ਬਹੁ ਗਿਣਤੀ ਨੂੰ ਸਾਡੇ ਤੇ ਅਟੈਕ ਕਰਕੇ ਸਾਡੀ ਕੌਮ ਦਾ ਨੁਕਸਾਨ ਕਰਨ ਦਾ ਮੌਕਾ ਬਣ ਜਾਏ। ਉਹ ਭਾਲਦੇ ਫਿਰਦੇ ਹੈ, ਉਹ ਲੱਭਦੇ ਫਿਰਦੇ ਹੈ। ਸਾਰੇ ਦੀਵਾਨ ਵਿੱਚ ਤੁਸੀਂ ਸੁਣੋਗੇ, ਉਹਦੇ ਵਿੱਚ ਮੈਂ ਬਾਰ-ਬਾਰ ਰਿਪੀਟ ਕਰਦਾ, ਇਹ ਲੱਭੋ ਉਹ ਕਿਹੜੇ ਗਦਾਰ ਵਿੱਚ ਵੜ ਗਏ ਸੀ, ਜਿਹੜੇ ਬੰਦਿਆਂ ਨੇ ਸਾਰੀ ਮੂਵਮੈਂਟ ਨੂੰ ਖਰਾਬ ਕੀਤਾ, ਜਿਹੜੇ ਬੰਦਿਆਂ ਨੇ ਸਰਕਾਰਾਂ ਤੱਕ ਪਹੁੰਚ ਕੀਤੀ, ਉਹਨਾਂ ਨੂੰ ਕਿਹਾ ਵੀ ਅਟੈਕ ਕਰੋ, ਵਿੱਚ ਵੜ ਕੇ ਗਦਾਰਾਂ ਨੂੰ ਪਛਾਣੀਏ, 84 ਨੂੰ ਵਿਚਾਰੀਏ, ਵਿਚਾਰ ਕੇ ਉਹਦੇ ਵਿੱਚ ਜੋ ਜਿਹੜੇ ਬੰਦੇ ਕਿਵੇਂ ਗਲਤੀਆਂ ਕਰਦੇ ਨੇ ਉਹਦੇ ਤੋਂ ਸੇਧ ਲਈਏ ਤਾਂ ਜੋ ਅੱਗੇ ਤੋਂ 84 ਨਾ ਵਾਪਰ ਸਕੇ। ਸਾਰਾ ਸੁਣੋਗੇ ਪਤਾ ਲੱਗਦਾ ਉਹਦੇ ਵਿੱਚ। ਪਰ ਲੋਕ ਜਿਹੜੇ ਹੈ ਕਿ ਇੰਟਰਪ੍ਰੀਟੇਸ਼ਨ ਤਾਂ ਇਹ ਕੱਢੀ ਜਾ ਰਹੀ ਹੈ ਤੁਹਾਡੇ ਉਸ ਦੀਵਾਨ ਦੀ ਕਿ ਤੁਸੀਂ ਟਕਸਾਲ ਦੇ ਵਿਰੋਧੀ ਹੋ, ਤੁਸੀਂ ਸੰਤਾਂ ਦੇ ਵਿਰੋਧੀ ਹੋ, ਸੰਤਾਂ ਦੀ ਸ਼ਹਾਦਤ ਦੇ ਵਿਰੋਧੀ ਹੋ। ਇਹ ਤਾਂ ਫਿਰ ਮੇਰੇ ਕੀ ਕਹਿਣਾ ਚਾਹੋਗੇ ਵੀਰ ਜੀ? ਇਹ ਤਾਂ ਸਟੇਟਮੈਂਟਾਂ ਜਿੰਨੀਆਂ ਮਰਜ਼ੀ ਦੇਈ ਜਾਣ ਯਾਰ, ਇਹਨਾਂ ਦੇ ਗੱਲ ਆਪਾਂ ਕਰਦੇ ਹਾਂ। ਮੈਂ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਮੰਨਦਾ। ਇਹ ਹੁਣ ਇਹਨਾਂ ਨੂੰ ਕਹੋ ਬਾਬਾ, ਸਭ ਤੋਂ ਵੱਡਾ ਵੈਰੀ ਉਹ ਬੰਦਾ ਨਹੀਂ ਜਿਹੜਾ ਇਸ ਵੇਲੇ ਕਵੇ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ। ਜਿਹੜਾ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ ਉਹ ਭਗੌੜਾ ਮੰਨਦਾ ਹੈ। ਇਹ ਗੱਲ ਸੱਚ ਹੈ ਕਿ ਝੂਠ ਹੈ? ਮੈਂ ਤੁਹਾਨੂੰ ਪੁੱਛਦਾ ਵੀ ਜਿਹੜਾ ਕਵੇ ਸ਼ਹੀਦ ਨਹੀਂ ਹੋਏ, ਚਲੇ ਗਏ ਸੀ ਉੱਥੇ, ਉਹ ਭਗੌੜਾ ਨਹੀਂ ਮੰਨ ਰਿਹਾ? ਨਹੀਂ, ਬਿਲਕੁਲ ਜੀ। ਉਸ ਬੰਦੇ ਤੇ ਇਹ ਐਕਸ਼ਨ ਕਿਉਂ ਨਹੀਂ ਲੈਂਦੇ? ਉਹਨਾਂ ਬੰਦੇ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿ ਰਹੇ ਨੇ ਵੀ ਉਹ ਸ਼ਹੀਦ ਨਹੀਂ ਹੋਏ। ਉਹਨਾਂ ਬੰਦਿਆਂ, ਉਹ ਇਹਨਾਂ ਦੇ ਆਪਣੇ ਨੇ। ਆਪਣਾ ਬੰਦਾ ਸ਼ਹੀਦ ਵੀ ਕਹਿ ਦੇਵੇ ਤਾਂ ਵੀ ਪ੍ਰਵਾਨ ਹੈ, ਉਹਨਾਂ ਨੂੰ ਭੱਜ ਗਏ ਸੀ ਤਾਂ ਵੀ ਕਹਿ ਦੇਵੇ ਤਾਂ ਵੀ ਪ੍ਰਵਾਨ ਹੈ। ਇਹ ਬੰਦੇ ਆਪਣਿਆਂ ਨੂੰ ਸਾਰਿਆਂ ਦੀਆਂ ਕੱਛ 'ਚ, ਦੂਜਿਆਂ ਦੀਆਂ ਹੱਥ 'ਚ ਲੈਂਦੇ ਆ। ਵੀਰ ਜੀ ਸਿੱਧੀ ਗੱਲ ਹੈ, ਮੈਨੂੰ ਪੁੱਛਿਆ ਸੀ ਪੱਤਰਕਾਰਾਂ ਨੇ ਬਾਬਾ ਜਰਨੈਲ ਸਿੰਘ ਬਾਰੇ ਕੀ ਮੰਨਦੇ ਹੋ? ਮੈਂ ਕਿਹਾ ਜੀ ਪਰਸਨਲ ਜੇ ਉਹਨਾਂ ਦੀ ਗੱਲ ਕਰਦੇ ਹੋ ਤੇ ਉਹਨਾਂ ਨੇ ਜੋ ਕਿਹਾ ਕਰਕੇ ਵਿਖਾਇਆ। ਉਹਨਾਂ ਕੋਲ ਮੌਕਾ ਸੀ, ਉਹ ਖਤਮ, ਉਹ ਵਿਕ ਸਕਦੇ ਸੀ, ਉਹ ਖਰੀਦੇ ਜਾ ਸਕਦੇ ਸੀ, ਉਹ ਬਾਹਰ ਨਿਕਲ ਸਕਦੇ ਸੀ, ਪਰ ਉਹਨਾਂ ਨੇ ਕਿਹਾ ਸੀ ਜੋ ਉਹ ਕਰਕੇ ਵਿਖਾਇਆ। ਜੇ ਤੁਸੀਂ ਵੀਰ ਜੀ ਮੈਨੂੰ ਆਲ ਓਵਰ 84 'ਚ ਵਾਪਰੇ ਘਟਨਾਕ੍ਰਮ ਬਾਰੇ ਪੁੱਛਦੇ ਹੋ, ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਦੇ ਸਾਰੇ ਪੱਖ ਵਿਚਾਰ ਲਈਏ। ਕਿਹੜੇ ਬੰਦਿਆਂ ਨੇ ਕਿੱਦਾਂ ਦੇ ਫੈਸਲੇ ਲਏ, ਕਿਵੇਂ ਸਰਕਾਰਾਂ ਨਾਲ ਮਿਲੇ, ਕਿਵੇਂ ਉਹ ਬੰਦੇ ਹੱਥ ਖੜੇ ਕਰਕੇ ਆਏ, ਅੱਜ ਉਹ ਕੌਮ ਦੇ ਲੀਡਰ ਬਣੇ ਹੋਏ ਹੈ। ਮੈਂ ਸਾਰੀ ਗੱਲ ਜਿਹੜੀ ਹੈ ਇੱਦਾਂ ਕਹੀ ਹੈ, ਸਾਰਾ ਦੀਵਾਨ 10 ਵਾਰੀ ਸੁਣਾਓ ਤੁਹਾਡੇ ਚੈਨਲ ਤੇ। ਮਤਲਬ ਪਰਸਨਲ ਜੇ ਗੱਲ ਬਾਬਾ ਜਰਨੈਲ ਸਿੰਘ ਹੋਣਾ ਦੀ ਕਰਦੇ ਆ, ਉਹਨਾਂ ਨੇ ਜਦੋਂ ਕੋਈ ਕੁਰਬਾਨ ਹੋਏ ਹੈ, ਕਿੰਨੇ ਸਿੰਘ ਉੱਥੇ ਆਪਣਾ ਆਪ ਜਿਨ੍ਹਾਂ ਨੇ ਕੁਰਬਾਨ ਕੀਤਾ ਹੈ, ਉਹਨਾਂ ਤੋਂ ਕਿਹੜਾ ਮੁਨਕਰ ਹੋ ਰਿਹਾ? ਗੱਲ ਹੈਗੀ ਹੈ ਸਾਰੇ ਦੇ ਸਾਰੇ ਉਸ ਸੰਦਰਭ ਨੂੰ, ਕਨਸੈਪਟ ਨੂੰ ਸਮਝੀਏ ਤਾਂ ਜੋ ਅੱਗੇ ਤੋਂ ਜਿਹੜੇ ਵਿੱਚ ਵੜ ਕੇ ਬੰਦੇ ਇਹ ਕੁਛ ਕਰਦੇ ਨੇ ਉਹਨਾਂ ਤੋਂ ਬਚਾਅ ਹੋ ਸਕੇ, ਮੁੜ ਕੇ ਸਾਡਾ ਇਦਾਂ ਦਾ ਨੁਕਸਾਨ ਨਾ ਹੋਵੇ ਜੋ 84 'ਚ ਹੋਇਆ। ਅਗਲੇ ਮੌਕਾ ਭਾਲਦੇ ਹੈ, ਬਹੁ ਗਿਣਤੀ ਤੇ ਚਾਹੁੰਦੀ ਹੈ ਵੀ ਕੋਈ ਇਹੋ ਜਿਹਾ ਮੌਕਾ ਮਿਲੇ ਤੇ ਅਸੀਂ ਸਿੱਖਾਂ ਦਾ ਘਾਣ ਕਰੀਏ। ਸੋ ਭਾਈ ਸਾਹਿਬ ਜੀ, ਜਿਹੜੇ ਤੁਸੀਂ ਦੀਵਾਨ ਦੇ ਵਿੱਚ ਗੱਲ ਕੀਤੀ ਦੂਰ ਅੰਦੇਸ਼ੀ ਦੀ, ਤੁਸੀਂ ਇੱਕ ਚੀਜ਼ ਤਾਂ ਜ਼ਰੂਰ ਮੈਨੂੰ ਲੱਗਦਾ ਕਿ ਜੇ ਕਿਸੇ ਨੂੰ ਲੱਗਦਾ ਕਿ ਭਾਈ ਸਾਹਿਬ ਹੋਰਾਂ ਨੇ ਆਪਣੇ ਦੀਵਾਨ ਦੇ ਵਿੱਚ ਦੂਰ ਅੰਦੇਸ਼ੀ ਜਿਹੜਾ ਸ਼ਬਦ ਹੈ ਉਹਦੀ ਵਰਤ ਕੇ ਜਿਹੜੀ ਕਿ ਉੱਥੇ ਵਿਖਿਆਨ ਕੀਤਾ, ਐਗਜ਼ਾਮਪਲ ਦਿੱਤੀਆਂ ਨੇ। ਤੁਸੀਂ 84 ਤੋਂ ਜੋ ਘਟਨਾ ਹੋਈ ਹੈ ਉਸ ਤੋਂ ਬਾਅਦ ਦੀ ਦੂਰ ਅੰਦੇਸ਼ੀ ਦੀ ਗੱਲ ਕਰਦੇ ਹੋ ਕਿ ਜਾਂ ਸੰਤ ਜਰਨੈਲ ਸਿੰਘ ਹੋਰਾਂ ਨੂੰ ਕਿਤੇ ਨਾ ਕਿਤੇ ਇਹ ਮੰਨਿਆ ਜਾ ਰਿਹਾ ਕਿ ਭਾਈ ਸਾਹਿਬ ਉਹਨਾਂ ਨੇ ਲਾ ਕੇ ਗੱਲ ਕੀਤੀ ਹੈ? ਕਿ ਇਹਦੇ 'ਚ ਵਾਕਈ ਕੋਈ ਤੁਹਾਡੇ ਦਿਲ ਦੇ ਵਿੱਚ ਗੱਲ ਸੀ ਕਿ ਤੁਸੀਂ ਲਾ ਕੇ ਗੱਲ ਕੀਤੀ ਹੈ? ਵੇਖੋ ਵੀਰ ਜੀ, ਕੋਈ ਇਦਾਂ ਦੀ ਗੱਲ ਨਹੀਂ। ਜਿਹੜੀ ਗੱਲ ਕਹੀ ਜਾਂਦੀ ਹੈ ਉਹ ਸਾਰਿਆਂ ਵਾਸਤੇ ਹੈ। ਮੈਂ ਆਪਣਾ ਨਾਂ ਲੈ ਰਿਹਾ ਉਹਦੇ ਵਿੱਚ ਬਾਰ-ਬਾਰ ਵੀ ਮੈਨੂੰ ਪਿਆਰ ਕਰਨ ਵਾਲੇ ਬੰਦੇ ਸੀ, ਮੇਰੇ ਤੇ ਅਟੈਕ ਹੋ ਗਿਆ। ਜੇ ਉਹ ਚਾਹੁੰਦੇ ਤੇ ਉਹ ਇੱਥੇ ਤੱਕ ਵੀ ਕਰ ਸਕਦੇ ਸੀ ਵੀ ਅਸੀਂ ਹੁਣ ਉਹਨਾਂ ਦੇ ਨਾਲ ਲੜਨ ਜਾਣਾ ਹੈ, ਮੈਂ ਮੁਕਾਬਲਾ ਕਰਨ ਜਾਣਾ ਹੈ, ਪਰ ਮੈਂ ਕਿਹਾ ਨਹੀਂ, ਅਸੀਂ ਇਦਾਂ ਦਾ ਕੁਛ ਨਹੀਂ ਕਰਨਾ, ਅਸੀਂ ਨੁਕਸਾਨ ਨਹੀਂ ਕਰਵਾਉਣਾ ਕਿਸੇ ਦਾ, ਇੱਕ ਵੀ ਜੀਅ ਦਾ, ਕਿਸੇ ਇੱਕ ਵੀ ਬੱਚੇ ਦਾ ਨੁਕਸਾਨ ਨਾ ਹੋਵੇ, ਇੱਕ ਵੀ ਜਾਨ ਜਾਣੀ ਨਹੀਂ ਚਾਹੀਦੀ। ਗੱਲ ਮੈਂ ਉਹਦੇ 'ਚ ਆਪਣੀ ਕਰ ਰਿਹਾ। ਉਹਨਾਂ ਉੱਤੇ ਤਾਂ ਕੋਈ ਸਵਾਲ ਹੀ ਨਹੀਂ ਕੀਤਾ, ਗੱਲ ਹੀ ਨਹੀਂ ਕੀਤੀ। ਉਹ ਤਾਂ ਇਹਨਾਂ ਨੇ ਬਣਾਉਣਾ ਹੈ ਜੀ। ਪਹਿਲਾਂ ਕਹਿੰਦੇ ਸੀ ਗੁਰੂਆਂ ਦਾ ਦੁੱਖ ਹੀ ਹੈ, ਹੁਣ ਕਹਿੰਦੇ ਜੀ ਸ਼ਹੀਦਾਂ ਦਾ ਦੁੱਖ ਹੀ ਹੈ। ਉਹ ਪੂਰਾ ਦਾ ਪੂਰਾ 2 ਘੰਟੇ ਦਾ ਦੀਵਾਨ ਸੁਣੋਗੇ, ਸਾਰੀ ਗੱਲ ਸਮਝ ਆ ਜਾਣੀ ਹੈ। ਉਹਦੇ ਵਿੱਚ ਇਹ ਥੋੜ੍ਹਾ ਆ ਵੀ ਸਰਕਾਰਾਂ ਦਾ ਪੱਖ ਪੂਰਿਆ ਗਿਆ ਵੀ ਸਰਕਾਰਾਂ ਬੜਾ ਵਧੀਆ ਕੰਮ ਕਰਕੇ ਗਈਆਂ ਨੇ। ਇਹ ਉਹਨਾਂ ਨੂੰ ਤਾਂ ਮੈਂ ਕਹਿ ਰਿਹਾ ਵੀ ਭੇੜੀਏ ਨੇ, ਉਹ ਤਾਂ ਫਿਰਦੇ ਨੇ ਸਾਡਾ ਮਾਸ ਨੋਚਣ ਵਾਸਤੇ, ਬਹੁ ਗਿਣਤੀ ਘੱਟ ਗਿਣਤੀ ਨੂੰ ਦਬਾਉਣ ਵਾਸਤੇ ਫਿਰ ਰਹੀ ਹੈ, ਧੱਕਾ ਕਰਦੇ ਹੈ, ਪਰ ਅਸੀਂ ਬਚ ਕੇ ਰਹੀਏ। ਘੱਟ ਗਿਣਤੀ ਹੋਣ ਕਰਕੇ ਖਤਰਾ ਜਦੋਂ ਹੋਵੇ ਉਦੋਂ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਕਿ ਬਚਣਾ ਕਿੱਦਾਂ ਹੈ।
ਸੋ ਜੇ ਗੱਲ ਕਰਦੇ ਆ ਦੂਰ ਅੰਦੇਸ਼ੀ ਦੀ, ਸੋ ਜੇ ਅੱਜ ਅਜੋਕੇ ਸਮੇਂ ਦੀ ਗੱਲ ਕਰੀਏ ਭਾਈ ਸਾਹਿਬ, ਜੋ ਜਿਸ ਤਰੀਕੇ ਨਾਲ ਤੁਸੀਂ ਪ੍ਰਚਾਰ ਕਰ ਰਹੇ ਹੋ, ਤੁਸੀਂ ਆਪਣੇ ਪਰਸਨਲ ਲੈਵਲ ਤੇ ਦੂਰ ਅੰਦੇਸ਼ੀ ਨੂੰ ਕਿੱਦਾਂ ਦੇਖਦੇ ਹੋ, ਕੌਮ ਦੀ ਦੂਰ ਅੰਦੇਸ਼ੀ ਨੂੰ ਕਿੱਦਾਂ ਦੇਖਦੇ ਹੋ, ਤੇ ਪ੍ਰਚਾਰ ਦੇ ਦੂਰ ਅੰਦੇਸ਼ੀ ਨੂੰ ਕਿੱਦਾਂ ਦੇਖਦੇ ਹੋ? ਜੇ ਤਿੰਨ ਪੱਖ ਆ ਜਾਂਦੇ ਨੇ, ਤੁਹਾਡਾ ਆਪਣਾ ਨਿੱਜੀ ਪੱਖ, ਪ੍ਰਚਾਰ ਦਾ ਪੱਖ ਤੇ ਕੌਮ ਦਾ ਪੱਖ, ਤੁਸੀਂ ਕੀ ਦੂਰ ਅੰਦੇਸ਼ੀ ਲਾਉਂਦੇ ਹੋ ਕਿ ਜੋ ਤੁਸੀਂ ਦੀਵਾਨ ਦੇ ਵਿੱਚ ਗੱਲ ਕਹੀ ਕਿ ਦੂਰ ਅੰਦੇਸ਼ੀ ਦੇ ਨਾਲ ਕਿਵੇਂ ਹੋਣਾ, ਕਿੱਦਾਂ ਹੋਣਾ ਤੇ ਉਹਦਾ ਕੀ ਨਤੀਜਾ ਨਿਕਲਣਾ ਹੈ? ਸੋ ਤੁਸੀਂ ਕੀ ਸੋਚਦੇ ਹੋ ਆਪਣੇ ਬਾਰੇ ਕਿ ਜੋ ਇਸ ਵੇਲੇ ਮਾਹੌਲ ਹੈ, ਤੁਹਾਡੀ ਆਪਣੀ ਦੂਰ ਅੰਦੇਸ਼ੀ ਕੀ ਹੈ? ਨਹੀਂ, ਮੇਰੇ ਪਰਸਨਲ ਜੇ ਤੁਸੀਂ ਪੁੱਛਦੇ ਹੋ, ਮੇਰੀ ਦੂਰ ਅੰਦੇਸ਼ੀ ਪਹਿਲੇ ਨੰਬਰ ਦੇ ਉੱਤੇ ਤਾਂ ਇਹ ਹੈ ਕਿ ਜਿਹੜੀ ਗੱਲ ਮੈਂ ਕਹਿ ਰਿਹਾ ਉਹ ਗਲਤ ਕਿੱਦਾਂ ਹੈ, ਮੈਨੂੰ ਇਹ ਦੱਸੋ। ਬਈ ਮੈਂ ਜੋ ਮੈਂ ਪ੍ਰਚਾਰ ਕੀਤਾ ਪਿਛਲੇ 4 ਸਾਲਾਂ ਦੇ ਦੀਵਾਨ ਨੇ, ਉਹਦੇ ਤੋਂ ਮੈਨੂੰ ਪਤਾ ਆ ਕਿ ਜੋ ਦੁਨੀਆ ਦਾ ਝੂਠਾ ਇਲਜ਼ਾਮ ਹੈ ਉਹਨੂੰ ਘੁਮਾ ਕੇ ਗੱਲ ਨੂੰ ਮੇਰੇ ਤੇ ਲਾਇਆ ਜਾਂਦਾ ਹੈ ਔਰ ਲਾਇਆ ਜਾ ਰਿਹਾ ਹੈ। ਤੇ ਜੇ ਪਰਸਨਲ ਦੂਰ ਅੰਦੇਸ਼ੀ ਹੈ, ਮੈਂ ਅੱਜ ਤੋਂ 4 ਸਾਲ ਪਹਿਲਾਂ 3 ਸਾਲ ਪਹਿਲਾਂ ਕਹਿ ਦਿੱਤਾ ਸੀ ਦੀਵਾਨ ਇਹਨਾਂ ਨੇ ਲੰਮਾ ਟਾਈਮ ਨਹੀਂ ਚੱਲਣ ਦੇਣੇ, ਜਿੱਦਾਂ ਇਹ ਇਲਜ਼ਾਮਾਂ ਦੀਆਂ ਝੜੀਆਂ ਲਾ ਰਹੇ ਹੈ। ਇੱਕੋ ਹੀ ਮੇਰੇ ਲਈ ਰਾਹ ਬਚਦਾ, ਜਾਂ ਇਹਨਾਂ ਦੇ ਅੱਗੇ ਘੁਟਨੇ ਟੇਕਦੇ ਹਾਂ, ਜਾਂ ਮੈਂ ਇਹਨਾਂ ਅੱਗੇ ਮਾਫੀਆਂ ਮੰਗਾਂ, ਇਹਨਾਂ ਦੇ ਸੰਪਰਦਾਵਾਂ ਦੀ ਮੈਂ ਝੁਕ ਜਾਵਾਂ ਤਾਂ ਸਾਰਾ ਕੁਝ ਠੀਕ ਹੈ। ਜੇ ਮੈਂ ਆਪਣੀ ਗੱਲ 'ਤੇ ਸਟੈਂਡ ਰੱਖੂੰਗਾ ਤਾਂ ਇਹਨਾਂ ਨੇ ਲੰਮਾ ਟਾਈਮ ਸਾਡੇ ਦੀਵਾਨ ਨਹੀਂ ਚੱਲਣ ਦੇਣੇ। ਇਹ ਮੈਂ ਖੁੱਲ੍ਹ ਕੇ ਆਪਣੀ ਗੱਲ ਬੋਲ ਚੁੱਕਿਆ ਤੇ ਇਦੋਂ ਅੱਗੇ ਖਤਮ ਕਰਨ ਤੱਕ ਵੀ ਗੱਲ ਮੈਂ ਕਰ ਚੁੱਕਿਆ ਵੀ ਭਾਈ ਇਹ ਇੱਥੇ ਰੁਕਣੀ ਨਹੀਂ। ਹੋ ਸਕਦਾ ਪਰਮੇਸ਼ਰ ਦੁਆਰ ਵੀ ਛੱਡਣਾ ਪਵੇ। ਜਿਹੜੀ ਮੇਰੀ ਦੂਰ ਅੰਦੇਸ਼ੀ ਮੈਨੂੰ ਕਹਿ ਰਹੀ ਹੈ ਵੀ ਜ਼ਰੂਰੀ ਨਹੀਂ ਢੱਡਰੀਆਂ ਵਾਲਾ ਪਰਮੇਸ਼ਰ ਦੁਆਰ ਵਿੱਚ ਰਹੂਗਾ, ਜ਼ਰੂਰੀ ਨਹੀਂ ਉਹ ਆਉਣ ਵਾਲੇ 2 4 10 ਸਾਲ ਜਿਉਂਦਾ ਰਹੂਗਾ, ਜ਼ਰੂਰੀ ਨਹੀਂ ਉਹ ਜਿਵੇਂ ਦੀਵਾਨ ਬੰਦ ਹੋਏ ਹੈ ਇਸੇ ਤਰ੍ਹਾਂ ਹੋ ਸਕਦਾ ਆਉਣ ਵਾਲੇ ਸਮੇਂ 'ਚ ਖਤਮ ਵੀ ਕਰ ਦੇਣ। ਉਹ ਮੈਨੂੰ ਦਿਸਦਾ ਹੈ, ਪਰ ਕਿਸੇ ਤਰ੍ਹਾਂ ਕਿਸੇ ਦਾ ਨੁਕਸਾਨ ਨਾ ਹੋਵੇ। ਆਪਣਾ ਸਟੈਂਡ ਹੈ ਮੇਰਾ, ਮੈਂ ਆਪਣੀ ਗੱਲ ਦੇ ਉੱਤੇ ਖੜਾ ਹਾਂ ਵੀ ਮੈਂ ਇਹਨਾਂ ਬੰਦਿਆਂ ਦੇ ਅੱਗੇ ਇੰਨਾ ਜ਼ਿਆਦਾ ਧੱਕਾ ਮੈਂ ਕਿੱਦਾਂ ਝੱਲ ਸਕਦਾ। ਸਾਰਾ ਕੁਛ ਹੀ ਕੁਫਰ ਹੀ ਤੋਲੀ ਜਾਂਦੇ ਆ, ਜੋ ਇਹਨਾਂ ਨੂੰ ਚੰਗਾ ਲੱਗਦਾ ਹੈ ਆਪ ਸਾਰਾ ਕੁਝ ਬੋਲਦੇ ਕਰਦੇ ਰਹਿੰਦੇ ਹੈ। ਸਾਨੂੰ ਇੱਕ ਗੱਲ ਕਰਨ ਦੀ ਵੀ ਆਗਿਆ ਨਹੀਂ ਦਿੰਦੇ। ਇੰਟਰਪ੍ਰੀਟੇਸ਼ਨ ਹਰ ਬੰਦੇ ਦੀ ਵੱਖਰੀ ਵੀਰ ਜੀ ਹੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਵੀ ਪਿਆਰ ਕਰਦੇ ਹਾਂ। ਇਹ ਕਈ ਵਾਰੀ ਬੋਲ ਚੁੱਕੇ ਹੈ ਵੀ ਤੂੰ ਪੰਥ ਨੂੰ ਛੱਡ ਦੇ, ਤੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਦੇ। ਅੱਗੇ ਰਮਦਾਸੀਆ ਬਰਾਦਰੀ ਇੱਕ ਸਾਈਡ 'ਤੇ ਹੋ ਗਈ ਸੀ, ਕਾਮਰੇਡ ਬਹੁਤ ਬੰਦੇ ਕਮਿਊਨਿਸਟ ਬਣ ਗਏ ਚਲੇ ਗਏ, ਇਹਨਾਂ ਦੀ ਧੱਕਿਆਂ ਤੋਂ ਗੁੰਡਾਗਰਦੀ ਦੇ ਸਤਾਏ ਬੰਦੇ ਸਾਈਡ 'ਤੇ ਹੋ ਗਏ। ਪਰ ਮੈਂ ਕਹਿਣਾ ਚਾਹੁੰਦਾ ਤੁਹਾਡੇ ਚੈਨਲ 'ਤੇ, ਮੇਰਾ ਨਾਂ ਰਣਜੀਤ ਸਿੰਘ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦਾ। ਇਹ ਜਿੰਨਾ ਮਰਜ਼ੀ ਮੇਰੇ ਨਾਲ ਧੱਕਾ ਕਰ ਲੈਣ, ਦੋਸ਼ ਲਾ ਲੈਣ, ਗੁਰੂ ਗ੍ਰੰਥ ਸਾਹਿਬ ਨੂੰ ਮੈਂ ਪਿਆਰ ਕਰਦਾ। ਮੈਂ ਉਹਨਾਂ ਦੀ ਵਿਚਾਰਧਾਰਾ ਮੈਨੂੰ ਲੱਗਦਾ ਹੈ ਉਹ ਕੁਝ ਹੋਰ ਕਹਿਣਾ ਚਾਹੁੰਦੇ ਸੀ, ਇਹਨਾਂ ਨੇ ਅੱਗੇ ਕੁਝ ਹੋਰ ਪ੍ਰਚਾਰਿਆ ਜਿਹਦੇ ਵਿੱਚ ਇਹਨਾਂ ਦਾ ਆਪਣਾ ਪੁਜਾਰੀਆਂ ਦਾ ਫਾਇਦਾ ਆ। ਉਹਦੇ ਵਾਸਤੇ ਜੋ ਮੈਨੂੰ ਨੁਕਸਾਨ ਹੋਇਆ ਜਾਂ ਹੋਏਗਾ, ਮੇਰੀ ਦੂਰ ਅੰਦੇਸ਼ੀ ਕਹਿੰਦੀ ਹੈ ਵੀ ਨੁਕਸਾਨ ਹੋਏਗਾ, ਉਹ ਮੈਂ ਝੱਲਣ ਵਾਸਤੇ ਤਿਆਰ ਹਾਂ। ਮੈਂ ਅਗਲੀ ਗੱਲ ਕਰਦਾ ਜੀ ਕਿ ਦੇਖੋ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਵੇਲੇ ਇਹ ਗੱਲ ਇੰਜ ਪ੍ਰਤੀਤ ਹੁੰਦੀ ਹੈ ਜੋ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਇੱਕ ਸ਼ਬਦਾਂ ਦੀ ਜੰਗਬੰਦੀ ਚੱਲਦੀ ਪਈ ਹੈ, ਜਿੱਥੇ ਕਿ ਮਾਵਾਂ ਭੈਣਾਂ ਧੀਆਂ ਦੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ, ਬੜੇ ਨੀਚ ਸ਼ਬਦ ਵਰਤੇ ਜਾਂਦੇ ਨੇ। ਉੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਇੱਕ ਪਾਸੇ ਗੱਲ ਚੱਲਦੀ ਹੈ ਜੀ ਢੱਡਰੀਆਂ ਵਾਲਿਆਂ ਦੇ ਸਮਰਥਕ ਤੇ ਇੱਕ ਪਾਸੇ ਟਕਸਾਲੀ ਸਿੰਘ। ਕੀ ਜੋ ਤੁਸੀਂ ਇਸ ਇੱਕ ਸੈਕਿੰਡ ਵੀਰ ਜੀ ਇੱਕ ਸੈਕਿੰਡ ਮੇਰੀ ਗੱਲ ਇੱਥੇ ਮੈਂ ਤੁਹਾਡੀ ਰੋਕ ਕੇ ਸੁਣਦਾ। ਸਾਡੇ ਜੇ ਕੋਈ ਬੰਦਾ ਗਲਤ ਕਮੈਂਟ ਵੀ ਕਿਤੇ ਕਰਦਾ ਉਹਦੇ ਬਾਰੇ ਵੀ ਪਰਮੇਸ਼ਰ ਦੁਆਰ ਤੋਂ ਆਫੀਸ਼ੀਅਲ ਕਿਹਾ ਜਾਂਦਾ ਵੀ ਆ ਸਾਡਾ ਬੰਦਾ ਨਹੀਂ ਹੈਗਾ। ਸੋ ਮੈਂ ਐਸੀ ਚੀਜ਼ ਨੂੰ ਥੋੜਾ ਐਕਸਪਲੇਨ ਕਰਕੇ ਸਵਾਲ ਕਰਨਾ ਚਾਹੁੰਦਾ ਸੀ, ਤੁਸੀਂ ਮੈਨੂੰ ਰੋਕਿਆ ਹੈਗਾ ਆ। ਉਹ ਲਈ ਮੈਂ ਖਿਮਾ ਚਾਹੁੰਦਾ ਕਿ ਕਹਿਣ ਦਾ ਮਤਲਬ ਹੈ ਕਿ ਕੀ ਇਹ ਕਿੱਥੇ ਜਸਟੀਫਾਈ ਹੁੰਦਾ ਹੈ ਕਿ ਉਹ ਟਕਸਾਲੀ ਸਿੰਘ ਨੇ ਤੇ ਕਿੱਥੇ ਜਸਟੀਫਾਈ ਹੁੰਦਾ ਕਿ ਇਹ ਢੱਡਰੀਆਂ ਵਾਲਿਆਂ ਦੇ ਸਮਰਥਕ ਨੇ। ਅੱਜ YouTube ਤੇ Facebook ਤੇ ਬਹੁਤ ਫੇਕ ਆਈਡੀਆਂ ਬਣ ਜਾਂਦੀਆਂ ਨੇ। ਇਹ ਤੁਹਾਨੂੰ ਲੱਗਦਾ ਨਹੀਂ ਕਿ ਸੋਸ਼ਲ ਮੀਡੀਆ ਦੇ ਉੱਤੇ ਗਲਤ ਨਾਵਾਂ ਤੇ ਆਈਡੀਆ ਬਣਾ ਕੇ ਇੱਕ ਦੂਜੇ ਦੇ ਖਿਲਾਫ ਜਾਂ ਕੋਈ ਹੋਰ ਕਿਸੇ ਦੀ ਵੀ ਚਾਲ ਹੋ ਸਕਦੀ ਹੈ? ਸੁਣੋ ਵੀਰ ਜੀ, ਸੁਣੋ। ਜੇ ਤੁਸੀਂ ਚੈਨਲ ਤੇ ਚਲਾਓਗੇ, ਜਿਹੜੇ ਬੰਦਿਆਂ ਨੇ ਅਮਰੀਕਾ ਮੇਰੇ ਤੇ ਅਟੈਕ ਕੀਤਾ ਉਹ ਟਕਸਾਲੀ ਸੀ, ਚੋਲਿਆਂ ਵਾਲੇ। ਜਿਹੜੇ ਬੰਦੇ ਮੈਨੂੰ ਮਾਰਨ ਆਏ ਸੀ ਧੁੰਮੇ ਦੇ ਭੇਜੇ ਹੋਏ ਸੀ। ਭੁਪਿੰਦਰ ਸਿੰਘ ਦਾ ਕਤਲ ਜਿਹੜੀ ਗੋਲੀ ਦੇ ਵਿੱਚੋਂ ਨਿਕਲਿਆ ਉਹ ਟਕਸਾਲੀ ਸੀ ਪੱਕਾ। ਜਿਹੜੇ ਬੰਦੇ ਭੈੜੇ ਤੋਂ ਭੈੜੇ ਇਲਜ਼ਾਮ ਚੈਨਲਾਂ ਤੇ ਬਹਿ ਕੇ ਲਾਉਂਦੇ ਆ, ਉਹਨਾਂ ਦੇ ਪੱਗਾਂ ਦਿਸਦੀਆਂ ਹੈ। ਉਹਨਾਂ ਨੂੰ ਮੈਂ ਅੱਜ ਤੱਕ ਕੋਈ ਪਰਸਨਲ ਟਾਰਗੇਟ ਨਹੀਂ ਕੀਤਾ। ਗੰਦੇ ਤੋਂ ਗੰਦਾ, ਭੈੜੇ ਤੋਂ ਭੈੜਾ ਮੇਰੇ ਤੇ ਪਰਸਨਲ
ਐਡੇ ਭੈੜੇ ਇਲਜ਼ਾਮ, ਫਿਜ਼ੀਕਲੀ ਰਿਲੇਸ਼ਨ ਤੱਕ ਦੇ ਬਕਵਾਸ ਕੀਤੀ ਹੈ, ਕੋਈ ਬਿਨਾ ਸਬੂਤ ਦੇਣ ਤੋਂ। ਟਕਸਾਲੀ ਬੰਦੇ ਆ ਪੱਗਾਂ ਵਾਲੇ। ਢੱਡਰੀਆਂ ਵਾਲਾ ਆਪ ਪਰਸਨਲ ਮੇਰੇ ਜਥੇ ਦੇ ਮੈਂਬਰਾਂ ਵੱਲੋਂ ਕੋਈ ਇੱਕ ਸਟੇਟਮੈਂਟ ਕਿਸੇ ਦੇ ਉੱਤੇ ਪਰਸਨਲ ਐਡੀ ਭੱਦੀ ਸ਼ਬਦਾਵਲੀ ਨਹੀਂ ਵਰਤੀ। ਜੇ ਵੀਰ ਜੀ ਸਾਹਮਣੇ ਵਾਲੇ ਇੱਦਾਂ ਦੇ ਹੈ ਤੇ ਇਹਨਾਂ ਦੇ ਪਿੱਛੇ ਲੁਕੇ ਕਿੱਦਾਂ ਦੇ ਹੋਣਗੇ? ਅੱਜ ਤੱਕ ਬਾਬਾ ਹਰਨਾਮ ਸਿੰਘ ਵੱਲੋਂ ਅਫੀਸ਼ੀਅਲ ਦਿੱਤੀ ਸਟੇਟਮੈਂਟ ਦਿਖਾਓ ਜਿੱਥੇ ਲਿਖਿਆ ਹੋਵੇ ਧੀਆਂ ਭੈਣਾਂ ਦੀਆਂ ਗਲਤ ਆਈਡੀਆਂ ਬਣਾ ਕੇ, ਫੇਕ ਆਈਡੀਆਂ ਬਣਾ ਕੇ ਗਲਤ ਗਾਲਾਂ ਕੱਢਣ ਵਾਲੇ ਸਾਡੇ ਬੰਦੇ ਨਹੀਂ। ਰਣਜੀਤ ਸਿੰਘ ਦੀਆਂ ਸੈਂਕੜੇ ਸਟੇਟਮੈਂਟਾਂ ਚੈਨਲ ਤੇ ਤੁਸੀਂ ਚਲਾ ਸਕਦੇ ਹੋ ਜਿਹਦੇ 'ਚ ਮੈਂ ਬੋਲਦਾ ਜਿਹੜਾ ਬੰਦਾ ਗਲਤ ਕਮੈਂਟ ਕਰਦਾ ਹੈ ਉਹ ਸਾਡੀ ਟੀਮ ਦਾ ਹਿੱਸਾ ਨਹੀਂ ਹੋ ਸਕਦਾ। ਉਹ ਬੰਦੇ ਸ਼ਾਬਾਸ਼ੇ ਦਿੰਦੇ ਹੈ, ਸਰੋਪੇ ਦਿੰਦੇ ਹੈ ਬੁਲਾ ਕੇ। ਅਗਲਿਆਂ ਨੇ ਇੱਥੇ ਬਘੇਲਾ ਕੁੱਤੇ ਖਾਣੀ, ਬਘੇਲ ਸਿੰਘ ਕੁੱਤੇ ਖਾਣੀ ਸਪੈਸ਼ਲਿਸਟ ਹੈਗੇ ਨੇ, ਇਹਦੇ ਉੱਤੇ ਚੱਲਦੇ ਨੇ ਜਿਹੜੇ। ਉਹਨਾਂ ਗਾਲਾਂ ਕੱਢ ਮਹਿਕਮਾ, ਇੰਜਣ ਮਹਿਕਮਾ, ਉਹਨਾਂ ਦੇ ਜਿਹੜੇ ਐਡਮਨ ਨੇ ਉਹਨਾਂ ਨੂੰ ਸਰੋਪੇ ਦਿੱਤੇ ਜਾਂਦੇ ਹੈ। ਇੱਕ ਵੀ ਸਟੇਟਮੈਂਟ ਪਿਛਲੇ 4 ਸਾਲਾਂ 'ਚ ਵਿਖਾ ਦਿਓ ਵੀ ਗਾਲਾਂ ਕੱਢਣ ਵਾਲਾ ਬੰਦਾ ਸਾਡਾ ਹਿੱਸਾ ਨਹੀਂ ਹੋ ਸਕਦਾ, ਇਹ ਟਕਸਾਲ ਨੂੰ ਬਦਨਾਮ ਕਰਦੇ ਹੈ। ਕੋਈ ਵੀ ਸਟੇਟਮੈਂਟ ਨਹੀਂ। ਮੈਂ ਫਿਰ ਸਵਾਲ ਇਹ ਪੈਦਾ ਹੁੰਦਾ ਕਿ ਕੀ ਤੁਹਾਡੀ ਦੁਸ਼ਮਣੀ ਟਕਸਾਲ ਨਾਲ ਹੈ ਕਿ ਜਾਂ ਤੁਹਾਡੀ ਦੁਸ਼ਮਣੀ ਬਾਬਾ ਹਰਨਾਮ ਸਿੰਘ ਧੁੰਮਾ ਨਾਲ ਹੈ ਕਿ ਜਾਂ ਤੁਹਾਡੀ ਦੁਸ਼ਮਣੀ ਪੂਰੀ ਕਿਸੇ ਇੱਕ ਸੋਚ ਨਾਲ ਹੈ ਕਿ ਜਾਂ ਤੁਹਾਡੀ ਦੁਸ਼ਮਣੀ ਪਰਸਨਲ ਤੌਰ ਤੇ ਪੂਰੀ ਜਿਉਣ ਦੀ ਸੰਪਰਦਾ ਬਣੀ ਹੈ ਉਹਦੇ ਨਾਲ ਹੈ? ਵੀਰ ਜੀ ਦੁਸ਼ਮਣੀ ਮੇਰੀ ਕਿਉਂ ਹੈ ਯਾਰ? ਮੇਰੀ ਦੁਸ਼ਮਣੀ ਕਿਹਦੇ ਨਾਲ ਹੈ? ਮੈਂ ਕਿਉਂ ਕਿਸੇ ਨਾਲ ਦੁਸ਼ਮਣੀ ਕੱਢੂੰਗਾ? ਮੈਂ ਆਪਣੀ ਗੱਲ ਕਹਿ ਰਿਹਾ। ਮੇਰੀ ਗੱਲ ਸੁਣੋ, 10 ਤਰ੍ਹਾਂ ਦੇ ਅੰਮ੍ਰਿਤ ਸਿੱਖਾਂ ਦੇ ਵਿੱਚ ਇਹਨਾਂ ਨੇ ਬਣਾਏ ਹੈ ਕਿ ਨਹੀਂ ਬਣਾਏ? ਜੀ ਅੰਮ੍ਰਿਤ ਮੈਂ ਤੁਹਾਨੂੰ ਪੁੱਛਦਾ, ਤੁਸੀਂ ਸਿੱਖ ਹੋ, ਗੁਰੂ ਗ੍ਰੰਥ ਸਾਹਿਬ ਗਲਗੀਆਂ ਵਾਲੇ ਇੱਕ ਅੰਮ੍ਰਿਤ ਛਕਾ ਕੇ ਗਏ ਹੈ ਕਿ 10 ਤਰ੍ਹਾਂ ਦੀ ਮਰਿਆਦਾ ਵੱਖ-ਵੱਖ ਜਗ੍ਹਾ ਦੱਸ ਕੇ ਗਏ ਹੈ? ਬਿਲਕੁਲ ਜੀ, ਗੁਰੂ ਦਾ ਸਿੱਖ ਤਾਂ ਇੱਕੋ ਹੀ ਹੈ, ਇੱਕੋ ਅੰਮ੍ਰਿਤ ਤਾਂ ਇੱਕੋ ਹੀ ਹੈ, ਗੁਰੂ ਦਾ ਅੰਮ੍ਰਿਤ ਮਰਿਆਦਾ ਵੀ ਇੱਕੋ ਹੀ ਹੈ। ਹੁਣ ਇਸ ਵੇਲੇ 10 ਤਰ੍ਹਾਂ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਰਿਆਦਾ ਦੱਸੀ ਜਾਂਦੀ ਹੈ ਲੋਕਾਂ ਨੂੰ। ਆਪੋ ਆਪਣੇ ਗਰੁੱਪਾਂ ਦੀ ਮਰਿਆਦਾ ਨੂੰ 5 ਪਿਆਰਿਆਂ ਦੇ ਥਰੂ ਲੋਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ। 5 ਪਿਆਰੇ ਆਪਣੇ ਆਪਣੇ ਬਣਾਏ ਗਏ ਹੈ। ਉਹਨਾਂ ਬੰਦਿਆਂ ਨੇ ਕੌਮ ਵੰਡ ਲਈ ਹੈ। ਸਾਡੇ ਵਰਗੇ ਬੰਦੇ ਨੂੰ ਤਾਂ ਮੈਂ ਇਹੀ ਤਾਂ ਕਹਿ ਰਿਹਾ ਕਿ ਧੰਦੇ ਦਾ ਮਸਲਾ ਹੈ, ਤੂੰ ਵੀ ਆਪਣੀ ਦੁਕਾਨ ਚਲਾਈ ਜਾ, ਤੂੰ ਆਪਣੀ ਦੁਕਾਨ ਚਲਾਈ ਜਾ। ਸਾਰੇ ਬੰਦਿਆਂ ਨੂੰ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ, ਕੋਈ ਦੁਸ਼ਮਣੀ ਨਹੀਂ। ਢੱਡਰੀਆਂ ਵਾਲਾ ਪਖੰਡ ਦਾ ਵਿਰੋਧ ਕਰਦਾ ਤਾਂ ਮੇਰੇ ਦੁਸ਼ਮਣ ਬਣ ਗਏ ਆ ਸਾਰੇ ਵੀ ਇਸ ਬੰਦੇ ਨੂੰ ਖਤਮ ਕਰਨਾ ਆ। ਸਾਡੀ ਦੁਸ਼ਮਣੀ ਕਿਸੇ ਨਾਲ ਕੀ ਹੈ? ਦੇਖੋ ਵੀਰ ਜੀ, ਕਿਸੇ ਬੰਦੇ ਨਾਲ ਦੁਸ਼ਮਣੀ ਪਗਾ ਰਹੇ ਹੋਈਏ ਨਹੀਂ, ਅਸੀਂ ਤੇ ਬਚਾਅ ਕਰ ਰਹੇ ਹਾਂ। ਬਾਰ-ਬਾਰ ਅਟੈਕ ਕਰਦੇ ਨੇ, ਆਪਣਾ ਬਚਾਅ ਕਰਦੇ ਹਾਂ। ਐਕਸ਼ਨ ਕਰਦੇ ਨੇ, ਵਾਪਸ ਸਿਰਫ ਆਪਣਾ ਜਵਾਬ ਦੇਣਾ। ਅੱਜ ਤੱਕ ਕਿਸੇ ਬੰਦੇ ਦੇ ਉੱਤੇ ਦੀਵਾਨ ਰੋਕਣ ਗਿਆ ਮੇਰੀ ਦੁਸ਼ਮਣੀ ਕਿਉਂ ਹੈ? ਕਿਸੇ ਬੰਦੇ ਨਾਲ ਰੌਲਾ ਪਾਉਣ ਗਿਆ ਮੇਰੀ ਦੁਸ਼ਮਣੀ ਕਿਉਂ ਹੈ? ਮੈਂ ਨਹੀਂ ਦੁਸ਼ਮਣੀ ਕਰ ਰਿਹਾ। ਉਹ ਬੰਦਿਆਂ ਨੂੰ ਢੱਡਰੀਆਂ ਵਾਲਾ ਦੁਸ਼ਮਣ ਲੱਗਦਾ ਜਿਹੜਾ ਉਹਨਾਂ ਦੀਆਂ ਮਰਿਆਦਾਵਾਂ ਉੱਤੇ ਸਵਾਲ ਕਰਦਾ ਹੈ। ਆਪੋ ਆਪਣੀਆਂ ਮਰਜ਼ੀਆਂ ਨਾਲ ਅੰਮ੍ਰਿਤ ਵੰਡ ਲਏ, ਮਰਿਆਦਾ ਵੰਡ ਲਈ, ਪੰਥ ਵੰਡ ਲਿਆ, ਸਭ ਕੁਝ ਵੰਡ ਲਿਆ। ਤੇ ਮੇਰੇ ਵਰਗੇ ਨੂੰ ਗੱਲ ਕਰਨ ਦਾ ਵੀ ਹੱਕ ਨਹੀਂ ਵੀ ਇਹ 10 ਵਿਚਲੀਆਂ ਗੱਲਾਂ ਸਾਡੀਆਂ ਓਪਨ ਕਿਉਂ ਕਰਦਾ ਹੈ? ਪਰ ਜੇ ਤੁਸੀਂ ਗੱਲ ਕਰਦੇ ਹੋ ਕਿ ਤੁਸੀਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਪਹਿਰਾ ਦਿੰਦੇ ਹੋ ਤਾਂ ਉਹਦੇ ਵਿੱਚ ਫਿਰ ਅਕਾਲ ਤਖਤ ਸਾਹਿਬ ਤੁਹਾਡੇ ਲਈ ਕਿਉਂ ਨਹੀਂ ਸਟੈਂਡ ਕਰਦੇ? ਅਕਾਲ ਤਖਤ ਦੀ ਮਰਿਆਦਾ ਤੇ ਪਹਿਰਾ ਦਿੰਦਾ ਮੈਂ। ਹੁਣ ਜੇ ਤੁਸੀਂ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਇੱਥੇ ਇੰਗਲੈਂਡ ਵਿੱਚ ਰਹਿੰਦੇ ਹੋ, ਇੰਗਲੈਂਡ ਦੇ ਤੁਸੀਂ ਕਾਨੂੰਨ ਨੂੰ ਫੋਲੋ ਕਰਦੇ ਹੋ ਨਾ? ਕਰਨਾ ਪਏਗਾ ਜੀ, ਨਹੀਂ ਤਾਂ ਇੱਥੇ ਤੱਕ ਤੁਸੀਂ ਤੁਹਾਡੇ ਤੇ ਕੋਈ ਨਾ ਕੋਈ ਇਲਜ਼ਾਮ ਹੈ। ਜੇ ਤੁਸੀਂ ਨਹੀਂ ਫੋਲੋ ਕਰਦੇ, ਤੁਸੀਂ ਡਰਿੰਕ ਡਰਾਈਵ ਕਰਦੇ ਹੋ ਤਾਂ ਤੁਸੀਂ ਫੜੇ ਜਾਂਦੇ ਹੋ। ਜੇ ਤੁਹਾਡੇ ਕੋਲ ਕੋਈ ਇੰਸ਼ੋਰੈਂਸ ਨਹੀਂ ਹੈਗੀ ਕਰਤੇ ਹੁੰਦੇ ਆ। ਪਰ ਜ਼ਰੂਰੀ ਤਾਂ ਨਹੀਂ ਅੱਜ ਦੇ ਸਾਰੇ ਇੰਗਲੈਂਡ ਦੇ ਮੰਤਰੀਆਂ ਨਾਲ ਵੀ ਤੁਸੀਂ ਸਹਿਮਤ ਹੋਵੋ, ਪ੍ਰਧਾਨ ਮੰਤਰੀ ਨਾਲ ਵੀ ਸਹਿਮਤ ਹੋਵੋ। ਨਹੀਂ ਨਾ, ਕਈ ਵਾਰੀ ਉਹਨਾਂ ਦੇ ਗਲਤ ਬਿਆਨ ਵੀ ਹੁੰਦੇ ਨੇ, ਪੱਖਪਾਤੀ ਵੀ ਹੁੰਦੇ ਨੇ। ਅਸੀਂ ਅਕਾਲ ਤਖਤ ਦੀ ਮਰਿਆਦਾ ਨੂੰ ਸਮਰਪਿਤ ਹਾਂ, ਪਰ ਉੱਥੇ ਬੈਠੇ ਜਥੇਦਾਰ ਜਿਹੜੇ ਪੱਖਪਾਤੀ ਨੇ ਉਹਨਾਂ ਨਾਲ ਮੇਰੀ ਸਹਿਮਤੀ ਨਹੀਂ। ਜਿਹੜੇ ਬੰਦਿਆਂ ਨੇ ਅੱਜ ਤੱਕ ਬਾਬੇ ਹਰਨਾਮ ਸਿੰਘ ਨੂੰ ਖੁੱਲ੍ਹ ਕੇ ਇਹ ਨਹੀਂ ਸਟੇਟਮੈਂਟ ਦਿੱਤੀ ਵੀ ਬੰਦਾ ਮਾਰਨਾ ਸ਼ਬੀਲ ਲਾ ਕੇ ਗਲਤ ਗੱਲ ਸੀ, ਤੁਸੀਂ ਬੰਦਾ ਮਾਰਿਆ, ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਸੰਗਤ ਤੋਂ। ਇਹ ਤੁਹਾਡੀ ਜੇ ਕੋਈ ਪ੍ਰੋਬਲਮ ਸੀ ਸਾਡੇ ਕੋਲ ਅਕਾਲ ਤਖਤ ਤੇ ਆਉਂਦੇ, ਉਹ ਢੱਡਰੀਆਂ ਵਾਲੇ ਤੇ ਕੇਸ ਕਰ ਦਿੰਦੇ। ਤੁਸੀਂ ਉਹਦਾ ਬੰਦਾ ਮਾਰਿਆ, ਉਹਦੇ ਤੁਸੀਂ ਮਗਰ ਹੀ ਪੈ ਗਏ ਆ, ਉਹਨੂੰ ਹੁਣ ਤੁਸੀਂ ਖਤਮ ਹੀ ਕਰਨਾ ਚਾਹੁੰਦੇ ਆ। ਉਹਦੇ ਬਾਰੇ ਜਥੇਦਾਰਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ। ਮੈਂ ਇਸ ਕਰਕੇ ਜਥੇਦਾਰਾਂ ਨੂੰ ਪੱਖਪਾਤੀ ਮੰਨਦਾ। ਪਰ ਤੁਸੀਂ ਇਸ ਗੱਲ ਨੂੰ ਕਿੰਨਾ ਕੁ ਆਪਣਾ ਜਾਇਜ਼ ਠਹਿਰਾਉਂਦੇ ਹੋ ਕਿ ਇਹ ਗੱਲਾਂ ਆਉਂਦੀਆਂ ਨੇ ਕਿ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਕੋਲੋਂ ਇਤਿਹਾਸ ਸੁਣਾਉਂਦੇ ਨੇ,
ਆਪਣੇ ਇਤਿਹਾਸ ਨੂੰ ਜਿਹੜਾ ਕਿ ਗੋਲ-ਮੋਲ ਕਰਕੇ ਸੁਣਾਉਂਦੇ ਨੇ? ਮੈਂ ਤਾਂ ਪਿਛਲੇ 4 ਸਾਲਾਂ ਤੋਂ ਕੋਈ ਇਤਿਹਾਸ ਬਹੁਤਾ ਸੁਣਾਇਆ ਹੀ ਨਹੀਂ ਵੀਰ ਜੀ। ਮੈਂ ਗੁਰਬਾਣੀ ਦੀ ਵਿਚਾਰ ਜ਼ਿਆਦਾ ਕੀਤੀ ਹੈ। ਬਹੁਤ ਟੂਕ ਮਾਤਰ ਮੈਂ ਕਿਤੇ ਕਿਹਾ ਕਲਗੀਆਂ ਵਾਲੇ ਮਾਛੀਵਾੜ ਦੇ ਜੰਗਲ 'ਚ ਨੇ, ਜਾਂ ਬਹੁਤ ਘੱਟ ਕਿਹਾ। ਮੈਂ ਇਤਿਹਾਸ ਨਹੀਂ ਸੁਣਾਇਆ ਪਿਛਲੇ 4 ਸਾਲਾਂ ਤੋਂ। ਤੇ ਜੇ ਤੁਸੀਂ ਗੁਰਬਾਣੀ ਦੀ ਵਿਚਾਰ ਜਾਂ ਗੁਰਬਾਣੀ ਦੀ ਵਿਆਖਿਆ ਕਰਦੇ ਹੋ ਤਾਂ ਉਹਦੇ ਨਾਲ ਤੁਸੀਂ ਕੀ ਵਿਗਾੜ ਪਾਉਂਦੇ ਹੋ? ਉਹ ਫਿਰ ਇਤਿਹਾਸ ਖੰਡਨ ਹੋ ਜਾਂਦਾ ਆਟੋਮੈਟਿਕ ਹੀ। ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਉਹਨਾਂ ਨੇ ਇਤਿਹਾਸ 'ਚ ਕੁਝ ਹੋਰ ਸੁਣਾਇਆ ਹੁੰਦਾ। ਚਲੋ ਅਗਲਾ ਮੈਂ ਸਵਾਲ ਤੁਹਾਡੇ ਨਾਲ ਕਰਦਾ ਭਾਈ ਸਾਹਿਬ ਜੀ, ਕਿ ਜਿਹੜੇ ਕਿ ਇਹ ਜਰਨਲ ਸਵਾਲ ਨੇ, ਕਿ ਜਿਹੜੀ ਇੱਕ 5 ਮੈਂਬਰੀ ਕਮੇਟੀ ਬਣੀ ਸੀਗੀ ਉਹਦਾ ਕੀ ਅਪਡੇਟ ਹੈਗੀ ਆ, ਕੀ ਅੱਗੇ ਉਹਦਾ ਕੀ ਹੋਇਆ ਅੱਗੇ? ਨਹੀਂ, ਉਹ ਅਪਡੇਟ ਮੈਨੂੰ ਉਹੀ ਸੀਗਾ। ਮੈਂ ਉਹਨਾਂ ਨੂੰ ਕਿਹਾ ਸੀ ਕਿ 5 ਮੈਂਬਰੀ ਕਮੇਟੀ ਪਹਿਲਾਂ ਤੁਸੀਂ ਜੋ ਪਹਿਲਾਂ ਹੋਇਆ ਉਹਦੇ ਬਾਰੇ ਵੀ ਬਣਾਓ, ਵੀ ਤੁਸੀਂ ਸ਼ਬੀਲ ਲਾ ਕੇ ਬੰਦਾ ਕਿਉਂ ਮਾਰਿਆ, ਇੱਕ ਵਾਰੀ ਉਹਦੇ ਉੱਤੇ ਵੀ ਕਮੇਟੀ ਬਣਾਓ। ਸਰਸੇ ਵਾਲੇ ਨੂੰ ਮਾਫੀ ਦੇਤੀ, ਉਹਦੇ ਉੱਤੇ ਤਾਂ ਤੁਸੀਂ ਕਮੇਟੀ, ਕਿਉਂਕਿ ਜੇ ਤੁਹਾਡੇ ਕੋਲ 15 ਬੰਦੇ ਟਕਸਾਲ ਦੇ ਜਾ ਕੇ ਸ਼ਿਕਾਇਤ ਕਰਦੇ ਹੈ, ਤੁਸੀਂ ਫਟਾਫਟ ਢੱਡਰੀਆਂ ਵਾਲੇ ਤੇ ਕਮੇਟੀ ਬਣਾਤੀ, ਪਰ ਤੁਸੀਂ ਬੜੇ ਕੰਮ ਨੇ ਉਹਨਾਂ ਵਾਸਤੇ ਵੀ ਕਮੇਟੀ ਬਣਾਓ, ਪਹਿਲਾਂ ਉਹਨਾਂ ਨਾਲ ਗੱਲ ਕਰੋ। ਫਿਰ ਅਗਲਾ ਗੱਲ ਇਹ ਕੀਤੀ ਹੈ ਮੈਂ, ਵੀ ਜੋ ਕਮੇਟੀ ਤੁਹਾਡੀ ਨੇ ਰਿਪੋਰਟ ਦਿੱਤੀ ਹੈ ਜਥੇਦਾਰ ਜੀ, ਉਹ ਸਾਰੀ ਰਿਪੋਰਟ ਮੇਰੇ ਕੋਲ ਲੈ ਆਉਣ। ਜਿੱਥੇ ਕਿਤੇ ਚੈਨਲ ਤੇ ਕਹਿਣਗੇ ਮੈਨੂੰ ਸੱਦ ਲੈਣ, ਸਾਰੀ ਦੁਨੀਆ ਦੇ ਸਾਹਮਣੇ ਮੇਰੀਆਂ ਜੋ ਗਲਤੀਆਂ ਨੇ ਮੈਨੂੰ ਦੱਸ ਦੇਣ। ਮੈਂ ਮੰਨ ਲੂੰਗਾ ਵੀ ਹਾਂ ਮੈਂ ਆਹ ਗਲਤ ਬੋਲਿਆ, ਮੈਂ ਆਹ ਗਲਤ ਬੋਲਿਆ। ਸੱਚੀ ਜੇ ਮੈਂ ਗਲਤੀਆਂ ਕੀਤੀਆਂ ਹੋਣਗੀਆਂ ਤਾਂ ਮੈਂ ਮਾਫੀ ਮੰਗੂੰਗਾ, ਮੈਂ ਅਕਾਲ ਤਖਤ ਤੇ ਉਹਨਾਂ ਦੇ ਨਾਲ ਜਾਊਂਗਾ। ਪਰ ਜੇ ਮੈਂ ਗਲਤੀਆਂ ਕੀਤੀਆਂ ਨਹੀਂ, ਫਿਰ ਝੂਠੇ ਦੋਸ਼ ਲਾਉਣ ਵਾਲਿਆਂ ਦੇ ਉੱਤੇ ਇਹ ਸਖਤ ਕਾਰਵਾਈ ਕਰਨ। ਤੇ ਅਗਲਾ ਸਵਾਲ ਹੈ ਜੀ, ਕਿ ਇੱਕ ਰੌਲਾ ਚੱਲਿਆ ਸੀ ਬੜਾ ਕਿ ਜੀ ਕਿਸੇ ਨੇ ਗੁਰੂ ਸਾਹਿਬ ਬਾਰੇ ਗਲਤ ਟਿੱਪਣੀ ਕੀਤੀ ਤੇ ਉਸ ਇਨਸਾਨ ਦੀ ਫੋਟੋ ਤੁਹਾਡੇ ਨਾਲ ਨਿਕਲੀ ਤੇ ਕਿਹਾ ਗਿਆ ਜੀ ਕਿ ਇਹ ਵੀ ਢੱਡਰੀਆਂ ਦਾ ਬੰਦਾ ਹੈ ਜੀ, ਦੇਖੋ ਫੋਟੋ ਹੈ ਨਾਲ ਇਹਨਾਂ ਦੇ। ਤੇ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਇਸ ਗੱਲ 'ਚ? ਨਹੀਂ ਵੀਰ ਜੀ, ਫੋਟੋਆਂ ਤਾਂ ਆਪਣੇ ਨਾਲ ਕੋਈ ਵੀ ਖਿਚਾ ਸਕਦਾ ਨਾ। ਹੁਣ ਕੋਈ ਕਿਹੜਾ ਬੰਦਾ ਆ ਕੇ ਮੇਰੇ ਨਾਲ ਫੋਟੋ ਖਿਚਾ ਕੇ ਕੱਲ੍ਹ ਨੂੰ ਕਤਲ ਕਰ ਦੇਗਾ, ਉਹਦੀ ਜ਼ਿੰਮੇਵਾਰੀ ਹੁਣ ਮੇਰੀ ਥੋੜ੍ਹਾ ਹੋ ਜਾਣੀ ਹੈ। ਬਹੁਤ ਸਾਰੇ ਗੋਲ ਕਚੋਰ ਨੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਨਾਲ ਰੋਜ਼ ਫੋਟੋਆਂ ਖਿਚਾਉਂਦੇ ਨੇ, ਫਿਰ ਉਹਨਾਂ ਨੂੰ ਜਥੇਦਾਰ ਜੀ ਦੇ ਨਾਲ ਥੋੜ੍ਹਾ ਜੋੜ ਸਕਦੇ ਹਾਂ ਆਪਾਂ। ਹੁਣ ਇੱਕ ਬੰਦੇ ਨੇ ਗਲਤ ਜੇ ਵੀਰ ਜੀ ਗਲਤ ਟਿੱਪਣੀ ਕੀਤੀ ਹੈ, ਉਹਨੂੰ ਇਹਨਾਂ ਨੇ ਇਸ਼ੂ ਬਣਾਉਣ ਦੀ, ਮੈਂ ਤਾਂ ਹੀ ਤਾਂ ਤੁਹਾਨੂੰ ਕਹਿੰਦਾ ਵੀ ਮੇਰੇ ਵੱਲੋਂ ਪਾਤਸ਼ਾਹਾਂ ਦੇ ਵਿਰੁੱਧ ਬੋਲੀ ਸਟੇਟਮੈਂਟ ਇਹਨਾਂ ਕੋਲ ਹੈ ਨਹੀਂ। ਜੇ ਇਹਨਾਂ ਕੋਲ ਮੇਰੇ ਵਿਰੁੱਧ ਬੋਲੀ ਹੋਈ ਸਟੇਟਮੈਂਟ ਹੁੰਦੀ ਨਾ ਗੁਰੂ ਸਾਹਿਬ ਬਾਰੇ, ਤਾਂ ਇਹਨਾਂ ਨੇ ਹੁਣ ਨੂੰ ਮੱਖਣ ਦੇ ਵਿੱਚੋਂ ਵਾਲ ਵਾਂਗੂ ਕੱਢ ਕੇ ਮੈਨੂੰ ਬਾਹਰ ਮਾਰਨਾ ਸੀ। ਇਹ ਤਾਂ ਲੱਭਦੇ ਫਿਰਦੇ ਹੈ ਕਿ ਕੋਈ ਬੰਦਾ ਹੀ ਲੱਭ ਜੇ ਗਲਤ ਬੋਲਿਆ ਹੋਵੇ, ਢੱਡਰੀਆਂ ਨਾਲ ਫੋਟੋ ਹੋਵੇ, ਫਟਾਫਟ ਚੱਕ ਕੇ ਖਲਾਰਾ ਪਾਈਏ। ਉਹ ਬੰਦਾ ਜੇ ਕੋਈ ਗਲਤ ਬੋਲਿਆ ਉਹਦਾ ਜ਼ਿੰਮੇਵਾਰ ਉਹ ਹੈ। ਉਹਦੇ ਤੇ ਪ੍ਰੈਸ਼ਰ ਇਹ ਪਾਇਆ ਗਿਆ ਸੀ ਕਿ ਤੈਨੂੰ ਜੇਲ੍ਹ ਨਹੀਂ ਜਾਣ ਦਿਆਂਗੇ, ਅਸੀਂ ਬਚਾ ਲਵਾਂਗੇ। ਇੱਕ ਵਾਰੀ ਵੀਡੀਓ ਬਣਾ ਕੇ ਕਹਿ ਢੱਡਰੀਆਂ ਵਾਲੇ ਨੇ ਸਾਡਾ ਬ੍ਰੇਨ ਵਾਸ਼ ਕਰ ਦਿੱਤਾ ਹੈ, ਇਸ ਕਰਕੇ ਮੈਂ ਗੁਰੂ ਸਾਹਿਬ ਦੇ ਵਿਰੁੱਧ ਭੱਦੀ ਟਿੱਪਣੀ ਕਰਦਾ। ਮੇਰੀ ਬੇਨਤੀ ਇਹ ਹੈ, ਸੰਤੋਖ ਸਿੰਘ ਜੀ ਨੇ ਜੋ ਗਲਤ ਲਿਖਿਆ ਅੱਜ ਤੱਕ, ਜੇ ਕੋਈ ਬੰਦਾ ਗਲਤ ਬਾਹਰ ਟਿੱਪਣੀ ਕਰਦਾ ਉਹਨੂੰ ਕੁੱਟਣ ਲਈ ਮਾਰਨ ਲਈ ਜਾਂਦੇ ਹੈ। ਇੱਕ ਢੱਡਰੀਆਂ ਵਾਲਾ ਜਿਹਨੇ ਸੰਤੋਖ ਸਿੰਘ ਜੀ ਨੇ ਜੋ ਗਲਤ ਲਿਖਿਆ ਉਹਦੇ ਬਾਰੇ ਖੁੱਲ੍ਹ ਕੇ ਕਿਹਾ ਵੀ ਪਾਤਸ਼ਾਹਾਂ ਬਾਰੇ ਭੰਗ ਪੀਣੀ, 8 ਗੁਰੂ ਸਾਹਿਬਾਂ ਦੇ ਵਿਆਹ ਲਿਖੇ ਪਏ ਹੈ, ਨਸ਼ੇ ਕਰਨ ਵਾਲੇ ਗੁਰੂ ਸਾਹਿਬ ਨੂੰ ਸਾਬਤ ਕੀਤਾ, ਫੀਮ ਖਾਣ ਵਾਲੇ ਸਾਬਤ ਕੀਤਾ, ਇਹਨਾਂ ਗ੍ਰੰਥਾਂ ਦੇ ਵਿੱਚ ਲਿਖਿਆ ਹੈ। ਮੈਂ ਗੁਰੂ ਗੋਬਿੰਦ ਸਿੰਘ ਬਾਰੇ ਗਲਤ ਕਿੱਦਾਂ ਸੋਚ ਸਕਦਾ? ਉਹ ਮੈਂ ਇਕੱਲੇ ਨੇ ਆਵਾਜ਼ ਉਠਾਈ ਹੈ ਵੀ ਆਹ ਗਲਤ। ਹੁਣ ਵੇਖੋ, ਜੇ ਕੋਈ ਬੰਦਾ ਗੁਰੂ ਸਾਹਿਬ ਨੂੰ ਗਲਤ ਕਹਿੰਦਾ ਹੈ ਉਹਨੂੰ ਤੇ ਮਾਰਨ ਜਾਂਦੇ ਹੈ, ਵੀ ਕੁੱਟਣ ਜਾਂਦੇ ਆ, ਉੱਤੇ ਕੇਸ ਕਰਦੇ ਹੈ। ਜਿਹੜੇ ਗ੍ਰੰਥਾਂ ਦੇ ਵਿੱਚ ਗਲਤ ਲਿਖਿਆ ਹੈ ਉਹਦੇ ਤੇ ਰੁਮਾਲਾ ਪਾ ਕੇ ਸਾਂਭ ਕੇ ਰੱਖਦੇ ਹੈ। ਵੇਖੋ ਇਹ ਕਿੱਧਰ ਦੀ ਗੱਲ ਹੋਈ। ਸੋ ਭਾਈ ਸਾਹਿਬ ਜੀ, ਮੈਨੂੰ ਲੱਗਦਾ ਕਿ ਜੀ ਮੈਂ ਟਾਈਮ ਬਿਲਕੁਲ ਸਮਾਪਤੀ ਤੇ ਹੈ, ਤੇ ਮੈਂ ਇੱਕ ਆਖਰੀ ਸਵਾਲ ਕਰਨਾ ਚਾਹਾਂਗਾ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬਹੁਤ ਸਾਰੇ ਡਿਜੀਟਲ ਚੈਨਲ ਵੀ ਖੁੱਲ੍ਹੇ ਹੋਏ ਨੇ। ਸਮਟਾਈਮ ਕਿਹਾ ਜਾਂਦਾ ਹੈ ਕਿ ਜੀ ਆਹ ਚੀਜ਼ ਗਲਤ ਹੈ, ਆਹੀ ਚੀਜ਼ ਗਲਤ ਹੈ, ਜਿਹੜੀ ਅਸੀਂ ਕਹਿ ਰਹੇ ਹਾਂ ਉਹ ਚੀਜ਼ ਸਹੀ ਹੈ। ਤੁਸੀਂ ਮੇਰੇ ਨਾਲ ਗੱਲਾਂ ਸਵਾਲ ਕੀਤੇ ਨੇ, ਬਿਲਕੁਲ ਸਿੱਧੇ ਨੇ, ਇੱਦਾਂ ਥੋੜ੍ਹਾ ਮੇਰਾ ਪੱਖ ਪੂਰਾ। ਇੱਕ ਗੱਲ ਦੇ ਵਿੱਚ ਵੀ ਤੁਸੀਂ ਇੱਦਾਂ ਦੀ ਗੱਲ ਨਹੀਂ ਕਿ ਵੀ ਤੁਸੀਂ ਠੀਕ ਪ੍ਰਚਾਰ ਕਰਦੇ ਹੋ, ਇਹ ਤਾਂ ਵਧੀਆ ਲੱਗਦਾ ਗੱਲ, ਠੋਕ ਕੇ ਗੱਲ ਕੀਤੀ ਹੈ। ਭਾਈ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਜਿਹੜਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਬ੍ਰਿਟਿਸ਼ ਪੰਜਾਬੀ ਟੀਵੀ ਦੇ ਦਰਸ਼ਕਾਂ ਦੇ ਨਾਲ ਜਿਹੜੀ ਕਿ ਵਿਚਾਰਾਂ ਦੀ ਸਾਂਝ ਪਾਈ ਹੈ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਕਿ ਅੱਜ ਭਾਈ ਸਾਹਿਬ ਹੋਰਾਂ ਨੇ ਆਪਣੇ ਪੱਖ ਰੱਖੇ ਨੇ। ਅਸੀਂ ਕਿਸੇ ਵੀ ਸੰਪਰਦਾ ਜਾਂ ਕਿਸੇ ਵੀ ਪੱਖ ਤੋਂ ਕਿਸੇ ਦਾ ਪੱਖ ਪੂਰਨ ਦੀ ਗੱਲ ਨਹੀਂ ਕੀਤੀ। ਅਸੀਂ ਜੋ ਸਾਨੂੰ ਲੱਗਿਆ ਐਜ਼ ਏ ਮੀਡੀਆ ਹੋਣ ਦੇ ਨਾਤੇ ਕਿ ਇਹ ਸਵਾਲ ਕਰਨੇ ਬਣਦੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ, ਉਹ ਅਸੀਂ ਆਪਣੇ ਪੱਖ ਤੋਂ, ਸੰਗਤਾਂ ਦੇ ਪੱਖ ਤੋਂ ਸਵਾਲ ਕੀਤੇ ਨੇ, ਉਹਨਾਂ ਨੇ ਆਪਣੇ ਜਵਾਬ ਦਿੱਤੇ ਨੇ। ਇਹ ਜਵਾਬ ਤੁਹਾਨੂੰ ਕਿੰਨੇ ਚੰਗੇ ਲੱਗਦੇ ਨੇ ਇਸ ਦੇ ਉੱਤੇ ਤੁਸੀਂ ਆਪਣਾ ਮਨ ਬਣਾਉਣਾ ਹੈ, ਉੱਤੇ ਤੁਸੀਂ ਆਪਣੇ ਕਮੈਂਟ ਕਰਨੇ ਨੇ। ਸੋ ਜੇ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ ਤੇ ਜ਼ਰੂਰ ਜਿਹੜਾ ਕਿ ਕਮੈਂਟ ਕਰਿਓ british punjabi tv@gmail.com ਦੇ ਉੱਤੇ।
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡੇ ਸਾਰੇ ਸਰੋਤਿਆਂ ਨੂੰ ਕਹਿਣਾ ਚਾਹੁੰਦਾ ਵੀ ਇਹਨਾਂ ਦੀਆਂ ਬਣਾਈਆਂ ਹੋਈਆਂ ਇਹਨਾਂ ਦੇ ਚੋਲਿਆਂ ਤੇ ਨਾ ਜਾਓ ਵੀ ਬੜੇ ਚੋਲੇ ਪਾ ਕੇ ਗੁਰਸਿੱਖ ਸੱਚ ਬੋਲਦੇ ਆ। ਚੈਨਲ YouTube ਦਾ ਸਾਹਮਣੇ ਹੈ ਤੁਹਾਡੇ, ਇਸ YouTube ਚੈਨਲ ਤੇ ਜਾ ਕੇ ਸਾਰੇ ਦੀਵਾਨ ਆਪ ਸੁਣ ਲਓ, ਟਾਈਮ ਕੱਢ ਕੇ ਤੁਹਾਨੂੰ ਪਤਾ ਲੱਗ ਜਾਣਾ ਵੀ ਰਣਜੀਤ ਸਿੰਘ ਕਿੰਨਾ ਕੁ ਗਲਤ ਬੋਲਦਾ ਤੇ ਕਿੰਨਾ ਕੁ ਠੀਕ ਬੋਲਦਾ। ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਰਣਜੀਤ ਸਿੰਘ ਜੀ ਟਟਰੀਆਂ ਵਾਲੇ, ਜਿਨ੍ਹਾਂ ਨੇ ਆਪਣਾ ਪੱਖ ਅੱਜ ਬ੍ਰਿਟਿਸ਼ ਪੰਜਾਬੀ ਟੀਵੀ ਦੇ ਰਾਹੀਂ ਪੂਰੇ ਸੰਸਾਰ ਭਰ ਦੀਆਂ ਸੰਗਤਾਂ ਦੇ ਅੱਗੇ ਰੱਖਿਆ। ਉਮੀਦ ਹੈ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਨੇ, ਤੁਸੀਂ ਹਮੇਸ਼ਾ ਹੀ ਚੰਗਾ ਹੁੰਗਾਰਾ ਦਿੰਦੇ ਹੋ। ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਫਿਰ ਇੱਦਾਂ ਹੀ ਧਾਰਮਿਕ ਸਮਾਜਿਕ ਵਿਸ਼ਿਆਂ ਦੇ ਨਾਲ ਜੁੜੇ ਹੋਏ ਪ੍ਰੋਗਰਾਮ ਤੇ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਉਂਦੇ ਰਹਾਂਗੇ। ਪ੍ਰੋਗਰਾਮ ਕਰਦੇ ਹੋਏ ਸਾਡੇ ਕੋਲੋਂ ਜਾਂ ਸਾਡੇ ਆਏ ਹੋਏ ਮਹਿਮਾਨਾਂ ਕੋਲੋਂ ਕੋਈ ਵੀ ਅਪਸ਼ਬਦ ਬੋਲਿਆ ਗਿਆ ਹੋਵੇ ਤਾਂ ਖਿਮਾ ਤੇ ਜਾ ਚੁੱਕਿਆ ਜੀ। ਜਾਣ ਤੋਂ ਪਹਿਲਾਂ ਆਓ ਲਾਈਏ ਗੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।